ओंकार सतनाम करता पुरख निर्भव निर्वैर अकाल मूरत अजूनी सैभं गुर प्रसाद वाहिगुरु 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 वाहिगुरु। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਗੁਰਮੁਖ ਪਿਆਰਿਆਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਕਿ ਹਰ ਸ਼ੁੱਕਰਵਾਰ ਅਸੀਂ ਗੁਰਬਾਣੀ ਵਿਆਕਰਨ ਦੇ ਕੋਈ ਨਾ ਕੁਝ ਨਿਯਮ ਜਿਹੜੇ ਹਨ ਉਹ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਵੀ ਅਸੀਂ ਉਹਨਾਂ ਨਿਯਮਾਂ ਨੂੰ ਹੀ ਆਪ ਜੀ ਦੇ ਨਾਲ ਸਾਂਝੇ ਕਰਾਂਗੇ। ਜੋ ਨਿਯਮ ਪਿਛਲੇ ਹਫ਼ਤੇ ਵੀਰ ਸੁਖਵਿੰਦਰ ਸਿੰਘ ਜੀ ਨੇ ਆਰੰਭ ਕੀਤੇ ਸਨ, ਉਹਨਾਂ ਦੀ ਲੜੀ ਨੂੰ ਅਸੀਂ ਅੱਗੇ ਤੋਰਨਾ ਹੈ। ਤਾਂ ਮੈਂ ਵੀਰ ਸੁਖਵਿੰਦਰ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਉਹ ਅੱਜ ਦੀ ਇਸ ਗੁਰਮਤਿ ਕਲਾਸ ਨੂੰ, ਇਸ ਗੁਰਬਾਣੀ ਦੇ ਨਿਯਮਾਂ ਨੂੰ, ਜੋ ਸ਼ਬਦ ਆਏ ਹਨ ਇੱਕੋ ਜਿਹੇ ਬੰਤਰ ਦੇ, ਉਹਨਾਂ ਦੇ ਅਰਥਾਂ ਦਾ ਕਿਵੇਂ ਫਰਕ ਪੈਂਦਾ ਹੈ ਜਾਂ ਉਹਦੇ ਵਿੱਚ ਉਚਾਰਨ ਭਾਵੇਂ ਇੱਕੋ ਹੋਵੇ, ਉਹਦੇ ਅਰਥ ਕੀ ਬਣਨਗੇ, ਗੁਰਬਾਣੀ ਦੇ ਕਿਹੜੇ ਨਿਯਮ ਉੱਥੇ ਲਾਗੂ ਹੁੰਦੇ ਹਨ, ਉਹ ਆਪ ਜੀ ਨਾਲ ਸਾਰੀਆਂ ਵਿਚਾਰਾਂ ਸਾਂਝੀ ਕਰਨ। ਵੀਰ ਸੁਖਵਿੰਦਰ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਕਲਾਸ ਵਿੱਚ ਗੁਰਬਾਣੀ ਦੇ ਉਹਨਾਂ ਨਿਯਮਾਂ ਨੂੰ ਸਾਡੇ ਨਾਲ ਸਾਂਝੇ ਕਰਨ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਮਿਹਰਾਮਤ ਦੇ ਸਦਕਾ ਚੱਲ ਰਹੀ ਗੁਰਮਤਿ ਕਲਾਸ ਦੇ ਅੰਦਰ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਆਪਾਂ ਇੱਕ ਦਫਾ ਰਸਨਾ ਨੂੰ ਪਵਿੱਤਰ ਕਰੀਏ ਜੀ। ਸਾਰੇ ਹੀ ਰਲ ਮਿਲ ਕੇ ਬੁਲਾਈਏ ਫਤਿਹ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਹਫ਼ਤੇ ਜੋ ਆਪਾਂ ਸ਼ੁੱਕਰਵਾਰ ਨੂੰ ਗੁਰਬਾਣੀ ਵਿਆਕਰਨ ਦੀ ਕਲਾਸ ਲਗਾਈ ਸੀ, ਉਸ ਕਲਾਸ ਦੇ ਵਿੱਚ ਮੈਂ ਆਪ ਸਮੂਹ ਸਿੱਖ ਸੰਗਤਾਂ ਦੇ ਨਾਲ ਗੁਰਬਾਣੀ ਵਿਆਕਰਨ ਦੇ ਵਿੱਚ ਆਏ ਹੋਏ ਨਿਯਮ ਕਿਰਿਆ ਵਿਸ਼ੇਸ਼ਣ ਦੇ ਸੰਬੰਧ ਦੇ ਵਿੱਚ ਜਿਹੜੀ ਹੈ ਉਹ ਬਹੁਤ ਹੀ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ ਸੀ। ਪਿਛਲੀ ਦਫਾ ਜਿਹੜਾ ਕਿਰਿਆ ਵਿਸ਼ੇਸ਼ਣ ਹੈ ਉਹਦੇ ਸੰਬੰਧ ਵਿੱਚ ਜਿੰਨੀ ਵੀ ਜਾਣਕਾਰੀ ਸਾਂਝੀ ਕੀਤੀ ਸੀ, ਅੱਜ ਉਸੇ ਹੀ ਜਾਣਕਾਰੀ ਨੂੰ ਮੈਂ ਥੋੜਾ ਰਿਪੀਟ ਜਿਹੜਾ ਹੈ ਉਹ ਕਰਨਾ ਚਾਹਾਂਗਾ, ਕਿਉਂਕਿ ਇਹ ਗੱਲ ਯਾਦ ਰੱਖੋ ਵੀ ਗੁਰਬਾਣੀ ਵਿਆਕਰਨ ਦੇ ਵਿੱਚ ਜਿਹੜਾ ਕਿਰਿਆ ਵਿਸ਼ੇਸ਼ਣ ਹੈ, ਇਹ ਜਿਹੜਾ ਕਿਰਿਆ ਵਿਸ਼ੇਸ਼ਣ ਦਾ ਨਿਯਮ ਹੈ, ਇਹ ਬਹੁਤ ਹੀ ਸਮਝਣ ਵਾਲਾ ਨਿਯਮ ਆ। ਕਿਉਂਕਿ ਅਸੀਂ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਦੇਖਦੇ ਹਾਂ ਜੀ, ਸ਼ਬਦ ਦਾ ਜਿਹੜਾ ਸਰੂਪ ਹੈ ਉਹ ਇੱਕੋ ਹੀ ਤਰ੍ਹਾਂ ਦਾ ਹੈ, ਪਰ ਉਸ ਸ਼ਬਦ ਦੇ ਜਿਹੜੇ ਅਰਥ ਨੇ ਉਹ ਵੱਖੋ ਵੱਖਰੇ ਜਿਹੜੇ ਆ ਉਹ ਸਾਨੂੰ ਪੜ੍ਹਨ ਨੂੰ ਮਿਲਦੇ ਆ, ਪਰ ਕਰਨ ਅਨੁਸਾਰ ਸਰੂਪ ਇੱਕੋ ਹੀ ਆ, ਅਰਥ ਵੱਖੋ ਵੱਖਰੇ ਆ। ਤੇ ਇਹ ਜਿਹੜੇ ਵੱਖੋ ਵੱਖਰੇ ਅਰਥ ਨੇ, ਸਰੂਪ ਇੱਕੋ ਹੀ ਹੈ, ਇਹਦੇ ਪਿੱਛੇ ਜਿਹੜਾ ਹੈ ਕਿਰਿਆ ਵਿਸ਼ੇਸ਼ਣ ਦਾ ਰੂਲ ਜਿਹੜਾ ਹੈ ਉਹ ਕੰਮ ਕਰ ਰਿਹਾ। ਤੇ ਸਾਨੂੰ ਕਿਰਿਆ ਵਿਸ਼ੇਸ਼ਣ ਦਾ ਇਹ ਜਿਹੜਾ ਵਿਆਕਰਨ ਦਾ ਰੂਲ ਹੈ, ਇਹਦੇ ਬਾਰੇ ਜਿਹੜੀ ਹੈ ਉਹ ਬਹੁਤੀ ਜਾਣਕਾਰੀ ਨਹੀਂ ਹੈ, ਮੈਨੂੰ ਵੀ ਨਹੀਂ ਸੀ ਜਾਣਕਾਰੀ। ਪਰ ਜਦੋਂ
ਵਿਆਕਰਨ ਦੇ ਇਸ ਨਿਯਮ ਨੂੰ ਮੈਂ ਪੜ੍ਹਿਆ ਤੇ ਵਾਕਈ ਹੀ ਲੱਗਿਆ ਵੀ ਹੁਣ ਤੀਕਰ ਜਿਹੜਾ ਹੈ ਇਸ ਗੱਲ ਤੋਂ ਮੈਂ ਵੀ ਨਾ ਵਾਕਫ ਹੀ ਸੀ ਵੀ ਇੱਕੋ ਹੀ ਸ਼ਬਦ ਗੁਰਬਾਣੀ ਦੇ ਵਿੱਚ ਪੜ੍ਹਨ ਨੂੰ ਮਿਲ ਰਹੇ ਆ, ਪਰ ਉਹਦੇ ਅਰਥ ਜਿਹੜੇ ਆ ਉਹ ਵੱਖੋ ਵੱਖਰੇ ਆ। ਬਹੁਤ ਵਾਰ ਕਨਫਿਊਜ਼ ਵੀ ਹੋ ਜਾਈਦਾ ਸੀ, ਪਰ ਹੁਣ ਜਿਹੜਾ ਕਿਰਿਆ ਵਿਸ਼ੇਸ਼ਣ ਦੇ ਰੂਲ ਨੂੰ ਸਮਝ ਕੇ ਜਿਹੜਾ ਹੈ ਉਹ ਕੁਝ ਇਹਦੇ ਬਾਰੇ ਜਿਹੜੀ ਹੈ ਉਹ ਸਮਝ ਲੱਗਣੀ ਸ਼ੁਰੂ ਹੋ ਗਈ ਆ। ਤੇ ਇਸ ਵਾਸਤੇ ਮੈਂ ਅੱਜ ਤੁਹਾਡੇ ਨਾਲ ਇਸੇ ਸੰਬੰਧ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਆ ਉਹ ਜਾਣਕਾਰੀ ਸਾਂਝੀ ਕਰਾਂਗਾ, ਤਾਂ ਜੋ ਸਾਡੀ ਪੱਕੀ ਤਰ੍ਹਾਂ ਇਹ ਜਿਹੜੀ ਆ ਗੱਲ ਸਮਝ ਵਿੱਚ ਲੱਗ ਜਾਏ ਵੀ ਕਿਰਿਆ ਵਿਸ਼ੇਸ਼ਣ ਦਾ ਅਸਲ ਵਿੱਚ ਰੂਲ ਹੈ ਕੀ, ਨਿਯਮ ਹੈ ਕੀ। ਸਭ ਤੋਂ ਪਹਿਲਾਂ ਤੇ ਅਸੀਂ ਇਹਨੂੰ ਸਮਝੀਏ ਜਿਹੜੀ ਵਿਸ਼ੇਸ਼ਣ ਦੀ ਡੈਫੀਨੇਸ਼ਨ ਆ, ਕਿਉਂਕਿ ਜਦੋਂ ਅਸੀਂ ਵਿਆਕਰਣ ਨਿਯਮਾਂ ਦੀ ਵੰਡ ਕਰਦੇ ਹਾਂ ਤੇ ਵਿਆਕਰਣ ਨਿਯਮਾਂ ਦੀ ਵੰਡ ਵਿੱਚ ਸਭ ਤੋਂ ਪਹਿਲਾਂ ਨਾਂਵ ਹੁੰਦਾ, ਫਿਰ ਪੜਨਾਂਵ ਹੁੰਦਾ ਜਿਹਨੂੰ ਆਪਾਂ ਇੰਗਲਿਸ਼ ਚ ਨਾਊਨ ਪ੍ਰਨਾਊਨ ਕਹਿੰਦੇ ਆ। ਉਹਦੇ ਤੋਂ ਬਾਅਦ ਕਿਰਿਆ ਹੁੰਦੀ ਆ, ਵਰਬ, ਫਿਰ ਹੁੰਦਾ ਵਿਸ਼ੇਸ਼ਣ ਜਿਹਨੂੰ ਆਪਾਂ ਐਡਜੈਕਟਿਵ ਕਹਿ ਦਿੰਦੇ ਆ। ਉਸ ਤੋਂ ਬਾਅਦ 5ਵੇਂ ਨੰਬਰ ਤੇ ਹੁੰਦਾ ਜੀ ਕਿਰਿਆ ਵਿਸ਼ੇਸ਼ਣ ਜਿਹਨੂੰ ਆਪਾਂ ਐਡਵਰਬ ਕਹਿੰਦੇ ਆ। ਫਿਰ ਹੁੰਦਾ ਸੰਬੰਧਕ, ਫਿਰ ਹੁੰਦਾ ਯੋਜਕ ਜਿਹਨੂੰ ਆਪਾਂ ਕੰਜੰਕਸ਼ਨ ਵੀ ਕਹਿੰਦੇ ਆ, ਫਿਰ ਹੁੰਦਾ ਵਿਸਮਿਕ, ਇੰਟਰਜੈਕਸ਼ਨ। ਹੁਣ ਇਹ ਜਿਹੜੇ 8 ਰੂਲ ਨੇ ਵਿਆਕਰਣ ਦੇ, ਇਹਨਾਂ ਦੇ ਅੱਗੋਂ ਵਿਸ਼ੇਸ਼ਣ ਦੀਆਂ ਹੀ ਜਿਹੜੀਆਂ ਵਾ ਉਹ ਕਈ ਕਿਸਮਾਂ ਨੇ। ਸਭ ਤੋਂ ਪਹਿਲਾਂ ਇਹਨੂੰ ਸਮਝੋ, ਵਿਸ਼ੇਸ਼ਣ ਕਿਹਨੂੰ ਕਹਿੰਦੇ ਆ ਜੀ ਆਪਾਂ? ਜਿਹੜੇ ਸ਼ਬਦ ਨਾਊਨ ਜਾਂ ਪ੍ਰਨਾਊਨ, ਨਾਊਨ ਜਾਂ ਪ੍ਰਨਾਊਨ ਦੇ ਨਾਲ ਲੱਗ ਕੇ ਉਸਦੀ ਵਿਸ਼ੇਸ਼ਤਾ ਨੂੰ ਪ੍ਰਗਟ ਕਰਨ, ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਚੰਗਾ, ਭੈੜਾ, ਕਾਲਾ, ਮੋਟਾ, ਪਤਲਾ, ਇਹ ਸਾਰੇ ਸ਼ਬਦ ਵਿਸ਼ੇਸ਼ਣ ਨੇ। ਆਪਾਂ ਇੱਕ ਵਾਕ ਲੈ ਲੈਂਦੇ ਆ ਜੀ, ਅਲਮਾਰੀ ਬਹੁਤ ਸੁੰਦਰ ਹੈ। ਅਲਮਾਰੀ ਜਿਹੜੀ ਆ ਉਹ ਸੁੰਦਰ ਹੈ। ਸੁੰਦਰ ਕੀ ਆ? ਉਹ ਅਲਮਾਰੀ। ਅਲਮਾਰੀ ਕੀ ਹੋ ਗਈ? ਅਲਮਾਰੀ ਹੋ ਗਿਆ ਨਾਊਨ। ਤੇ ਅਲਮਾਰੀ ਦੀ ਵਿਸ਼ੇਸ਼ਤਾ ਕੀ ਹੈ ਜੀ? ਉਹ ਸੁੰਦਰ ਹੈ। ਗੁਰਮੁਖ ਤੇਜ਼ ਦੌੜਦਾ ਹੈ। ਹੁਣ ਗੁਰਮੁਖ ਦੀ ਵਿਸ਼ੇਸ਼ਤਾ ਕੀ ਹੋ ਗਈ? ਵੀ ਉਹ ਤੇਜ਼ ਦੌੜਦਾ ਹੈ। ਦੌੜਨਾ ਕਿਰਿਆ ਆ ਗਈ, ਉਹਦੀ ਵਿਸ਼ੇਸ਼ਤਾ ਆ ਗਈ ਤੇਜ਼। ਤੋ ਵਿਸ਼ੇਸ਼ਣ ਆਪਾਂ ਉਹਨਾਂ ਸ਼ਬਦਾਂ ਨੂੰ ਕਹਿੰਦੇ ਆ ਵੀ ਜਿਹੜੇ ਸ਼ਬਦ ਨਾਊਨ ਜਾਂ ਪ੍ਰਨਾਊਨ ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਆ, ਉਹ ਸ਼ਬਦ ਜਿਹੜੇ ਹੁੰਦੇ ਆ ਉਹ ਵਿਸ਼ੇਸ਼ਣ ਹੁੰਦੇ ਆ। ਮੇਰੀ ਕਲਮ ਸੁੰਦਰ ਹੈ, ਠੀਕ ਹੈ ਜੀ। ਹੁਣ ਜਿਹੜੀ ਕਲਮ ਦੀ ਵਿਸ਼ੇਸ਼ਤਾ ਕੀ ਬਣ ਗਈ ਜੀ? ਸੁੰਦਰ। ਤੋ ਸੁੰਦਰ ਕੀ ਆ? ਵਿਸ਼ੇਸ਼ਣ ਹੋ ਗਿਆ। ਹੁਣ ਅੱਗੇ ਇਹਦੇ ਵੀ ਜਿਹੜੇ ਆ ਵੱਖੋ ਵੱਖਰੀਆਂ ਇਹਦੀਆਂ ਕਿਸਮਾਂ ਵਾ। ਗੁਣਵਾਚਕ ਵਿਸ਼ੇਸ਼ਣ ਆ, ਸੰਖਿਅਕ ਵਾਚਕ ਵਿਸ਼ੇਸ਼ਣ ਆ ਜਾਂਦੇ ਆ, ਪ੍ਰਨਾਮ ਵਾਚਕ ਵਿਸ਼ੇਸ਼ਣ ਆ ਜਾਂਦੇ ਆ, ਨਿਸ਼ਚੈ ਵਾਚਕ ਵਿਸ਼ੇਸ਼ਣ ਆ, ਫਿਰ ਅੱਗੇ ਪ੍ਰਣਾਵੀ ਵਿਸ਼ੇਸ਼ਣ ਆ। ਇਹਦੀਆਂ ਵੀ ਅੱਗੇ ਕਿਸਮਾਂ ਆ ਜਾਂਦੀਆਂ ਵਾ। ਪਰ ਅੱਜ ਆਪਾਂ ਗੱਲ ਕਰਨੀ ਹੈ ਜੀ ਕਿਰਿਆ ਵਿਸ਼ੇਸ਼ਣ ਦੀ। ਕਿਰਿਆ, ਹੁਣ ਕਿਰਿਆ ਜਿਹੜੀ ਆ ਜਿਹਨੂੰ ਆਪਾਂ ਵਰਬ ਕਹਿੰਦੇ ਆ, ਤੁਸੀਂ ਇੱਥੇ ਪੜ੍ਹ ਸਕਦੇ ਹੋ। ਕਿਰਿਆ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕੰਮ ਦੇ ਕਾਲ ਸਹਿਤ ਹੋਣਾ, ਕਰਨ ਜਾਂ ਵਾਪਰਨ ਦਾ ਪਤਾ ਲੱਗੇ ਜਾਂ ਸਾਨੂੰ ਜਾਣਕਾਰੀ ਪ੍ਰਾਪਤ ਹੋਵੇ, ਉਹ ਕਿਰਿਆ ਅਖਵਾਉਂਦੇ ਨੇ। ਉਹ ਸ਼ਬਦ ਜਿਹੜੇ ਸ਼ਬਦਾਂ ਤੋਂ ਪਤਾ ਲੱਗੇ ਵੀ ਇਸ ਟਾਈਮ ਦੇ ਵਿੱਚ ਜਿਹੜਾ ਹੈ ਇਹ ਘਟਨਾ ਵਾਪਰੀ ਆ, ਠੀਕ ਹੈ ਜੀ, ਉਹਨੂੰ ਆਪਾਂ ਕਿਰਿਆ ਕਹਿ ਦਿੰਦੇ ਆ। ਜਿਨ੍ਹਾਂ ਸ਼ਬਦਾਂ ਰਾਹੀਂ ਕਿਸੇ ਕੰਮ ਦਾ ਹੋਣਾ ਪ੍ਰਗਟ ਹੋਵੇ। ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਜਿਵੇਂ ਮੋਹਨ ਘਰ ਗਿਆ, ਮੋਹਨ ਘਰ ਜਾਂਦਾ ਹੈ, ਮੋਹਨ ਘਰ ਜਾਏਗਾ। ਹੁਣ ਇਸ 3 ਵਾਕਾਂ ਦੇ ਵਿੱਚ ਜਿਹੜੀ ਆ ਉਹ ਕਿਰਿਆ 3 ਤਰ੍ਹਾਂ ਦੀ ਆ ਜੀ। ਇੱਕ ਵਰਤਮਾਨ ਕਾਲ, ਇੱਕ ਭੂਤਕਾਲ ਦੀ ਕਿਰਿਆ, ਇੱਕ ਭਵਿੱਖ ਕਾਲ ਦੀ ਕਿਰਿਆ, ਜਿਹਨੂੰ ਆਪਾਂ ਪ੍ਰੈਜ਼ੈਂਟ ਟੈਂਸ, ਪਾਸਟ ਟੈਂਸ ਤੇ ਫਿਊਚਰ ਟੈਂਸ ਕਹਿ ਦਿੰਦੇ ਆ, ਠੀਕ ਹੈ ਜੀ। ਹੁਣ ਮੋਹਨ ਘਰ ਗਿਆ, ਘਰ ਗਿਆ ਇਹ ਹੋ ਗਿਆ ਵੀ ਭੂਤਕਾਲ। ਮੋਹਨ ਘਰ ਜਾਂਦਾ ਹੈ ਇਹ ਹੋ ਗਿਆ ਵਰਤਮਾਨ। ਮੋਹਨ ਘਰ ਜਾਏਗਾ, ਜਾਏਗਾ ਇਹ ਕੀ ਹੋਏਗਾ? ਇਹ ਹੋਵੇਗਾ ਜਿਹੜਾ ਹੈ ਫਿਊਚਰ, ਫਿਊਚਰ ਟੈਂਸ, ਫਿਊਚਰ ਦੀ ਕਿਰਿਆ। ਜਾਏਗਾ, ਜਾਂਦਾ ਹੈ ਤੇ ਗਿਆ। ਚਲਾ ਗਿਆ ਉਹ ਭੂਤਕਾਲ ਬੀਤ ਗਿਆ, ਜਾਂਦਾ ਹੈ ਇਹ ਵਰਤਮਾਨ ਚ ਆ ਜਾਂਦਾ ਜੀ। ਜਾਏਗਾ, ਠੀਕ ਹੈ ਜੀ, ਜਿਹਨੂੰ ਆਪਾਂ ਇੰਗਲਿਸ਼ ਚ ਵਿਲ ਦੇ ਨਾਲ ਕਹਿੰਦੇ ਆ ਵੀ, ਤੋ ਉਹ ਹੋ ਗਿਆ ਫਿਊਚਰ। ਤੋ ਕਿਰਿਆ ਵੀ ਜਿਹੜੀ ਆ ਅੱਗੋਂ 3 ਤਰੀਕਿਆਂ ਦੇ ਨਾਲ ਉਹ ਟੈਂਸ ਵਿੱਚ ਕੰਮ ਕਰਦੀ ਹੈ। ਕਿਰਿਆ, ਵਰਬ। ਹੁਣ ਇਹਦੇ ਤੋਂ ਅੱਗੇ ਕਿਰਿਆ ਜਿਹੜੀ ਹੈ
ਉਹਦੀ ਅੱਗੇ ਅੱਗੇ ਕਿਸਮਾਂ ਸ਼ੁਰੂ ਹੋ ਜਾਂਦੀਆਂ ਜੀ। ਉਹਨਾਂ ਦੇ ਵਿੱਚੋਂ ਆ ਗਿਆ ਕਿਰਿਆ ਵਿਸ਼ੇਸ਼ਣ, ਜਿਹਨੂੰ ਆਪਾਂ ਐਡਵਰਬ ਕਹਿ ਦਿੰਦੇ। ਇਹ ਪੰਜਵੀਂ ਜਗ੍ਹਾ ਆ ਗਿਆ ਜੀ ਕਿਰਿਆ ਵਿਸ਼ੇਸ਼ਣ। ਜੋ ਸ਼ਬਦ ਕਿਸੇ ਕਿਰਿਆ, ਕਿਸੇ ਵਿਸ਼ੇਸ਼ਣ ਜਾਂ ਕਿਸੇ ਕਿਰਿਆ ਵਿਸ਼ੇਸ਼ਣ ਦੀ ਵਿਸ਼ੇਸ਼ਤਾ ਪ੍ਰਗਟ ਕਰੇ, ਉਹ ਕਿਰਿਆ ਵਿਸ਼ੇਸ਼ਣ ਹੁੰਦਾ ਹੈ ਉਹ ਸ਼ਬਦ। ਇੱਕ ਵਾਰ ਫਿਰ ਤੋਂ ਇਹਨੂੰ ਸਮਝੋ। ਜੋ ਸ਼ਬਦ ਕਿਸੇ ਕਿਰਿਆ, ਕਿਸੇ ਵਿਸ਼ੇਸ਼ਣ ਜਾਂ ਕਿਸੇ ਕਿਰਿਆ ਵਿਸ਼ੇਸ਼ਣ ਦੀ ਵਿਸ਼ੇਸ਼ਤਾ ਪ੍ਰਗਟ ਕਰੇ, ਉਹ ਸ਼ਬਦ ਜਿਹੜਾ ਕਿਰਿਆ ਵਿਸ਼ੇਸ਼ਣ ਹੁੰਦਾ ਹੈ। ਹੁਣ ਆਪਾਂ ਕਿਰਿਆ ਵਿਸ਼ੇਸ਼ਣ ਸ਼ਬਦ ਉਹਨਾਂ ਨੂੰ ਕਹਿ ਦਿੰਦੇ ਆ ਵੀ ਜਿਹੜੇ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਆ। ਵਿਸ਼ੇਸ਼ਣ ਵਿੱਚ ਆਪਾਂ ਇਹ ਗੱਲ ਸਮਝੀ ਆ ਵੀ ਵਿਸ਼ੇਸ਼ਣ ਆਪਾਂ ਉਹਨਾਂ ਸ਼ਬਦਾਂ ਨੂੰ ਕਹਿੰਦੇ ਜਿਹੜੇ ਨਾਉਨ ਤੇ ਪ੍ਰਨਾਉਨ ਦੀ ਵਿਸ਼ੇਸ਼ਤਾ ਪ੍ਰਗਟ ਕਰਨ। ਪਰ ਜਿਹੜਾ ਵਾ ਇੱਕ ਵਿਸ਼ੇਸ਼ਣ ਉਹ ਆ ਜਿਹੜਾ ਕਿਰਿਆ ਦੀ ਵੀ ਇੱਕ ਵਿਸ਼ੇਸ਼ਤਾ ਪ੍ਰਗਟ ਕਰਦਾ ਵਾ, ਉਹਨਾਂ ਨੂੰ ਆਪਾਂ ਕਿਰਿਆ ਵਿਸ਼ੇਸ਼ਣ ਸ਼ਬਦ ਕਹਿ ਦਿੰਦੇ ਆ। ਹੁਣ ਅੱਗੇ ਜਿਹੜਾ ਵਾ ਕਿਰਿਆ ਵਿਸ਼ੇਸ਼ਣ ਦੀਆਂ ਵੀ ਅੱਗੇ 3 ਕਿਸਮਾਂ ਹੁੰਦੀਆਂ ਵਾ। ਸਭ ਤੋਂ ਪਹਿਲਾਂ ਆਪਾਂ ਕਿਰਿਆ ਵਿਸ਼ੇਸ਼ਣ ਵਾਲੇ ਸ਼ਬਦ ਦੇਖਦੇ ਆ ਵੀ ਕਿਰਿਆ ਵਿਸ਼ੇਸ਼ਣ ਵਾਲੇ ਸ਼ਬਦ ਕਿਹੜੇ ਹੁੰਦੇ ਆ। ਹੁਣ ਇੱਥੇ ਤੁਸੀਂ ਦੇਖੋ ਵੀ ਐਗਜ਼ਾਮਪਲ ਆ, ਉਦਾਹਰਨ ਆ, ਹੌਲੀ ਚੱਲੋ। ਹੌਲੀ ਚੱਲੋ ਦੇ ਵਿੱਚ ਕੀ ਹੈ ਜੀ? ਹੌਲੀ ਚੱਲੋ, ਚੱਲੋ ਆ ਗਈ ਕਿਰਿਆ, ਹੌਲੀ ਆ ਗਈ। ਹੌਲੀ ਜਿਹੜਾ ਸ਼ਬਦ ਆ ਇਹ ਆ ਗਈ ਚੱਲੋ ਦੀ ਵਿਸ਼ੇਸ਼ਤਾ। ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਗੁਰਮੁਖ ਹੌਲੀ ਚੱਲਦਾ ਹੈ। ਗੁਰਮੁਖ ਹੌਲੀ ਚੱਲਦਾ ਹੈ, ਜਿਹੜਾ ਚੱਲਦਾ ਹੈ ਇਹ ਕਿਰਿਆ ਆ ਗਈ, ਗੁਰਮੁਖ ਨਾਉਨ ਆ ਗਿਆ, ਤੇ ਜਿਹੜਾ ਹੌਲੀ ਆ ਇਹ ਆ ਗਈ ਵਿਸ਼ੇਸ਼ਤਾ। ਹੌਲੀ ਚੱਲੋ, ਹੌਲੀ ਜਿਹੜੀ ਆ ਇਹ ਵਿਸ਼ੇਸ਼ਤਾ, ਇਹ ਕਿਹਦੀ ਵਿਸ਼ੇਸ਼ਤਾ ਜੀ? ਚੱਲੋ ਦੀ। ਹੌਲੀ ਚੱਲੋ। ਨਾ ਖਾਓ, ਖਾਓ ਕਿਰਿਆ ਆ ਗਈ। ਨਾ ਸ਼ਬਦ ਜਿਹੜਾ ਵਾ ਉੱਥੇ ਖਾਓ ਦੀ ਕਿਰਿਆ ਦੀ ਵਿਸ਼ੇਸ਼ਤਾ ਆ ਗਈ ਵੀ ਨਾ ਖਾਓ, ਤੋ ਇਹ ਸ਼ਬਦ ਦਾ ਕਿਰਿਆ ਵਿਸ਼ੇਸ਼ਣ, ਇਹ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰ ਰਹੇ ਆ। ਹੁਣ ਇਸ ਤੋਂ ਅੱਗੇ ਦੂਜੀ ਕਿਸਮ ਦੇ ਸ਼ਬਦ ਇਹ ਆ ਵੀ ਵਿਸ਼ੇਸ਼ਣ ਦੇ ਅਰਥ ਭਾਵ ਚ ਵਿਸ਼ੇਸ਼ਤਾ। ਹੁਣ ਜਿਹੜਾ ਹੌਲੀ ਸ਼ਬਦ ਸੀ, ਨਾ ਸ਼ਬਦ ਸੀ, ਇਹ ਸੀ ਵਿਸ਼ੇਸ਼ਣ ਦੀ। ਚੱਲੋ ਤੇ ਖਾਓ ਇਹ ਸੀ ਕਿਰਿਆ। ਇਹਨੂੰ ਥੋੜਾ ਸਮਝੋ ਧਿਆਨ ਨਾਲ। ਅੱਗੇ 2 ਸੈਂਟੈਂਸ ਦਿੱਤੇ ਹੋਏ ਆ ਜੀ। ਬਹੁਤ ਡਰਾਵਣਾ ਦ੍ਰਿਸ਼, ਬੜੀ ਸੁੰਦਰ ਕਲਾਕਾਰੀ। ਇਹ 2 ਸੈਂਟੈਂਸ ਦਾ ਪਹਿਲਾ ਸੈਂਟੈਂਸ ਦੇਖੋ, ਬਹੁਤ ਡਰਾਵਣਾ ਦ੍ਰਿਸ਼। ਦ੍ਰਿਸ਼ ਜਿਹੜਾ ਹੈ ਇਹ ਨਾਉਨ ਆ ਗਿਆ, ਡਰਾਵਣਾ ਜਿਹੜਾ ਹੈ ਇਹ ਵਿਸ਼ੇਸ਼ਤਾ ਆ ਗਈ। ਦ੍ਰਿਸ਼ ਦੀ ਵਿਸ਼ੇਸ਼ਤਾ ਕੀ ਹੈ ਜੀ? ਉਹ ਡਰਾਵਣਾ ਹੈ। ਤੋ ਇਹ ਨਾਉਨ ਦੀ ਵਿਸ਼ੇਸ਼ਤਾ ਆ ਗਈ ਅੱਗੋਂ ਡਰਾਵਣਾ। ਪਰ ਜਿਹੜਾ ਅੱਗੇ ਬਹੁਤ ਆ ਗਿਆ ਵੀ, ਉਹ ਕਿੰਨਾ ਡਰਾਵਣਾ ਹੈ ਜੀ? ਉਹ ਬਹੁਤ ਡਰਾਵਣਾ ਹੈ। ਠੀਕ ਹੈ ਜੀ। ਬੜੀ ਸੁੰਦਰ ਕਲਾਕਾਰੀ, ਕਲਾਕਾਰੀ ਕੀ ਹੈ ਜੀ? ਇਹ ਆ ਗਿਆ ਨਾਉਨ। ਹੁਣ ਨਾਉਨ ਦੀ ਵਿਸ਼ੇਸ਼ਤਾ ਕੀ ਆ ਗਈ? ਸੁੰਦਰ। ਅੱਗੋਂ ਜਿਹੜੀ ਬੜੀ ਆ ਗਈ, ਇਹ ਕੀ ਆ ਗਏ? ਸ਼ਬਦ ਬਹੁਤ ਅਤੇ ਬੜੀ। ਇਹ ਦਿਨ ਜਿਹੜੇ 2 ਸ਼ਬਦ ਆ, ਇਹ ਦੋਨੇ ਸ਼ਬਦ ਜਿਹੜੇ ਆ ਇਹ ਆ ਜੀ ਕਿਰਿਆ ਵਿਸ਼ੇਸ਼ਣ। ਇਹ ਕਿਰਿਆ ਵਿਸ਼ੇਸ਼ਣ ਆ ਇਹ ਦੋਨੇ ਸ਼ਬਦ। ਠੀਕ ਹੈ ਜੀ। ਕਿਉਂਕਿ ਇਹ ਕਿਰਿਆ ਵਿਸ਼ੇਸ਼ਣ ਕਿਉਂ ਆ? ਕਿਉਂਕਿ ਇਹ ਅੱਗੇ ਡਰਾਵਣਾ ਦੀ ਇਹ ਅੱਗੇ ਵਿਸ਼ੇਸ਼ਤਾ ਪ੍ਰਗਟ ਕਰ ਰਹੇ ਆ। ਜਿਹੜਾ ਦ੍ਰਿਸ਼ ਹੈ ਉਹ ਡਰਾਵਣਾ ਹੈ, ਪਰ ਉਹ ਕਿੰਨਾ ਕੁ ਡਰਾਵਣਾ ਹੈ ਵੀ ਉਹ ਬਹੁਤ ਡਰਾਵਣਾ ਹੈ। ਕਲਾਕਾਰੀ ਸੁੰਦਰ ਹੈ, ਪਰ ਉਹ ਸੁੰਦਰ ਕਲਾਕਾਰੀ ਕਿੰਨੀ ਕੁ ਹੈ? ਉਹ ਬੜੀ ਸੁੰਦਰ ਹੈ। ਤੋ ਇਹ ਡਰਾਵਣਾ ਤੇ ਸੁੰਦਰ ਦੀ ਹੀ ਅੱਗੋਂ ਜਿਹੜੀ ਆ ਵਿਸ਼ੇਸ਼ਤਾ ਦੱਸ ਰਹੇ ਆ ਵੀ ਇਹ ਬਹੁਤ ਡਰਾਵਣਾ ਦ੍ਰਿਸ਼ ਹੈ, ਇਹ ਬਹੁਤ ਸੁੰਦਰ ਕਲਾਕਾਰੀ ਹੈ। ਤੋ ਇਸ ਵਾਸਤੇ ਜਿਹੜਾ ਸ਼ਬਦ ਆ ਬਹੁਤ, ਜਿਹੜਾ ਸ਼ਬਦ ਆ ਬੜੀ, ਇਹਨੂੰ ਸਮਝੋ ਧਿਆਨ ਨਾਲ ਵੀ ਇਹ ਅੱਗੇ ਵਿਸ਼ੇਸ਼ਤਾ ਦੀ ਵਿਸ਼ੇਸ਼ਤਾ ਦੱਸ ਰਹੇ ਆ, ਵਿਸ਼ੇਸ਼ਣ ਦੀ ਵਿਸ਼ੇਸ਼ਤਾ ਦੱਸ ਰਹੇ ਆ। ਠੀਕ ਹੈ ਜੀ। ਅੱਗੇ ਦੇਖੋ, ਕਿਰਿਆ ਵਿਸ਼ੇਸ਼ਣ ਦੇ ਹੀ ਅਰਥ ਭਾਵ ਚ ਵਿਸ਼ੇਸ਼ਤਾ। ਪਹਿਲਾਂ ਅਸੀਂ ਪੁਆਇੰਟ ਕੀਤਾ ਵਾ ਜੀ ਵਿਸ਼ੇਸ਼ਣ ਦੇ ਅਰਥ ਭਾਵ ਚ ਵਿਸ਼ੇਸ਼ਤਾ। ਵਿਸ਼ੇਸ਼ਣ ਸੀ ਡਰਾਵਣਾ, ਉਹਦੀ ਵਿਸ਼ੇਸ਼ਤਾ ਸੀ ਬਹੁਤ। ਹੁਣ ਆ ਜੀ ਪੁਆਇੰਟ ਕਿਰਿਆ ਵਿਸ਼ੇਸ਼ਣ ਦੇ ਹੀ ਅਰਥ ਭਾਵ ਚ ਵਿਸ਼ੇਸ਼ਤਾ। ਦੇਖੋ ਇਹ ਗੱਲ ਖਿਆਲ ਵਿੱਚ ਰੱਖੋ, ਜੇ ਇਹ ਪੁਆਇੰਟ ਸਾਨੂੰ ਇੱਥੇ ਸਮਝ ਵਿੱਚ ਆ ਗਏ ਨਾ ਜੀ, ਫਿਰ ਗੁਰਬਾਣੀ ਦੇ ਵਿੱਚ ਜਿਹੜੀਆਂ ਐਗਜ਼ਾਮਪਲ ਆਈਆਂ ਵਾ, ਉਦਾਹਰਨਾਂ ਆਈਆਂ ਹਨ, ਜਿਹੜੀਆਂ ਗੁਰਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਆ ਉਹਦੇ ਵਿੱਚ ਜਿਹੜੀਆਂ ਉਦਾਹਰਨਾਂ ਅਸੀਂ ਪੜਾਂਗੇ ਸ਼ਬਦਾਂ ਦੀਆਂ, ਉਹ ਫਿਰ ਸਾਨੂੰ ਉਦਾਹਰਨਾਂ ਜਿਹੜੀਆਂ ਵਾ ਉਹ ਸਮਝਣ ਵਿੱਚ ਬੜੀ ਸੌਖ ਹੋ ਜਾਏਗੀ ਜੇ ਆਪਾਂ ਇਹ ਪੁਆਇੰਟ ਚੰਗੀ ਤਰ੍ਹਾਂ ਸਮਝ ਲਈਏ।
ਕਿਰਿਆ ਵਿਸ਼ੇਸ਼ਣ ਦੇ ਹੀ ਅਰਥ ਭਾਵ ਚ ਵਿਸ਼ੇਸ਼ਤਾ। ਹੁਣ ਦੋ ਸੈਂਟੈਂਸ ਇੱਥੇ ਅਸੀਂ ਦੇਖ ਰਹੇ ਹਾਂ, ਜਰਾ ਛੇਤੀ ਆਓ, ਸਵੇਰੇ ਜਲਦੀ ਉੱਠਣਾ। ਜਰਾ ਛੇਤੀ ਆਓ, ਆਓ ਜਿਹੜਾ ਸ਼ਬਦ ਆ ਜੀ, ਇਹ ਕੀ ਹੋ ਗਿਆ, ਇਹ ਆ ਜੀ ਕਿਰਿਆ। ਛੇਤੀ, ਛੇਤੀ ਕੀ ਆ, ਅੱਗੇ ਸੈਂਟੈਂਸ ਬਣੇਗਾ ਜੀ, ਇਹ ਵਿਸ਼ੇਸ਼ਤਾ ਵਾ। ਛੇਤੀ ਇਹ ਕਿਰਿਆ ਦੀ ਵਿਸ਼ੇਸ਼ਤਾ ਵਾ, ਵੀ ਆ ਜਾਓ। ਕਿਵੇਂ ਆਓ ਜੀ, ਛੇਤੀ ਆਓ। ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਜਿਹੜਾ ਵਾ ਉਹ ਕੀ ਹੁੰਦਾ ਜੀ, ਉਹ ਵਿਸ਼ੇਸ਼ਣ ਹੁੰਦਾ, ਕਿਰਿਆ ਵਿਸ਼ੇਸ਼ਣ। ਤੋਂ ਇੱਥੇ ਕਿਰਿਆ ਵਿਸ਼ੇਸ਼ਣ ਵਾਲਾ ਸ਼ਬਦ ਕਿਹੜਾ ਆ ਗਿਆ ਜੀ, ਛੇਤੀ। ਸਵੇਰੇ ਜਲਦੀ ਉੱਠਣਾ, ਉੱਠਣਾ ਸ਼ਬਦ, ਉੱਠਣਾ ਆ ਗਿਆ ਜੀ ਕਿਰਿਆ, ਉੱਠਣਾ ਕਿਰਿਆ ਆ ਗਈ, ਵਰਬ ਆ ਗਿਆ। ਹੁਣ ਵਰਬ ਦੀ ਅੱਗੇ ਵਿਸ਼ੇਸ਼ਤਾ ਕੀ ਆ ਜੀ, ਵੀ ਜਲਦੀ ਉੱਠਣਾ। ਜਿਵੇਂ ਆਪਾਂ ਸੈਂਟੈਂਸ ਪੜ੍ਹਿਆ ਸੀ ਨਾ, ਵੀ ਹੌਲੀ ਚੱਲੋ, ਨਾ ਖਾਓ। ਚੱਲੋ ਅਤੇ ਖਾਓ ਇਹ ਦੋ ਸ਼ਬਦ ਸੀ ਕਿਰਿਆ, ਪਰ ਉਹਨਾਂ ਦੀ ਅੱਗੇ ਵਿਸ਼ੇਸ਼ਤਾ ਕੀ ਸੀ, ਵੀ ਹੌਲੀ, ਨਾ, ਇਹ ਦੋ ਜਿਹੜੇ ਸ਼ਬਦ ਸੀ ਇਹ ਅੱਗੇ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਦੇ ਸੀ। ਇਸੇ ਤਰ੍ਹਾਂ ਛੇਤੀ ਆਓ, ਜਲਦੀ ਉੱਠਣਾ ਜਾਂ ਜਲਦੀ ਉੱਠੋ, ਜਲਦੀ ਸ਼ਬਦ ਜਿਹੜੇ ਵਾ ਉਹ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰ ਰਹੇ ਆ। ਪਰ ਤੀਸਰੇ ਨੰਬਰ ਤੇ ਇਹ ਜਿਹੜੇ ਦੋ ਸ਼ਬਦ ਆ, ਜਰਾ ਤੇ ਸਵੇਰੇ, ਇਹ ਜਿਹੜੇ ਦੋ ਸ਼ਬਦ ਆ ਇਹ ਅੱਗੇ ਕਿਰਿਆ ਵਿਸ਼ੇਸ਼ਣ ਦੀ ਵਿਸ਼ੇਸ਼ਤਾ ਦੱਸ ਰਹੇ ਆ। ਗੱਲ ਪੁਆਇੰਟ ਸਮਝਣ ਵਾਲਾ ਵਾ, ਵੀ ਇਹ ਜਿਹੜੇ ਦੋ ਸ਼ਬਦ ਆ ਨਾ ਜੀ, ਛੇਤੀ ਆਓ, ਜਲਦੀ ਉੱਠਣਾ, ਇਹ ਦੋ ਜਿਹੜੇ ਸ਼ਬਦ ਆ ਇਹਨਾਂ ਦੀ ਅੱਗੇ ਵਿਸ਼ੇਸ਼ਤਾ ਦੱਸ ਰਹੇ ਆ। ਜਰਾ, ਜਰਾ ਜਿਹੜਾ ਸ਼ਬਦ ਆ ਜਾਂ ਸਵੇਰੇ ਜਿਹੜਾ ਸ਼ਬਦ ਆ, ਇਹ ਜਲਦੀ ਅਤੇ ਛੇਤੀ, ਇਹਨਾਂ ਦੋ ਸ਼ਬਦਾਂ ਦੀ ਜਿਹੜਾ ਵਾ, ਇਹ ਦੋ ਸ਼ਬਦ ਜਿਹੜੇ ਆ ਉਹ ਅੱਗੇ ਵਿਸ਼ੇਸ਼ਤਾ ਦੱਸ ਰਹੇ ਆ। ਦੇਖੋ, ਇੱਕ ਆ ਡਾਇਰੈਕਟ ਸਿੱਧੇ, ਛੇਤੀ ਜਲਦੀ, ਇਹ ਡਾਇਰੈਕਟ ਵਿਸ਼ੇਸ਼ਤਾ ਦੱਸਦੇ ਆ ਕਿਰਿਆ ਦੀ। ਪਰ ਅੱਗੇ ਜਰਾ ਤੇ ਸਵੇਰੇ ਜਿਹੜੇ ਆ ਇਹ ਜਲਦੀ ਤੇ ਛੇਤੀ ਦੇ ਰਾਹੀਂ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਹੇ ਆ। ਤੋ ਕਿਰਿਆ ਵਿਸ਼ੇਸ਼ਣ ਦੇ ਅਰਥ ਭਾਵ ਦੇ ਵਿੱਚ ਹੀ ਵਿਸ਼ੇਸ਼ਤਾ, ਇਹਨੂੰ ਅਸੀਂ ਕਹਿ ਸਕਦੇ ਹਾਂ ਵੀ ਇਹ ਦੂਸਰੀ ਕਿਸਮ ਦਾ ਜਿਹੜਾ ਵਾ, ਤੀਸਰੀ ਕਿਸਮ ਦਾ ਜਿਹੜਾ ਵਾ ਇਹ ਕਿਰਿਆ ਵਿਸ਼ੇਸ਼ਣ ਵਾਲਾ ਸ਼ਬਦ ਹੈ, ਤੀਸਰੀ ਕਿਸਮ ਦਾ। ਪਹਿਲੀ ਕਿਸਮ ਦਾ ਸ਼ਬਦ ਸੀ, ਪਹਿਲੀ ਕਿਸਮ ਆ ਜੀ ਕਿਰਿਆ ਵਿਸ਼ੇਸ਼ਣ, ਕਿਰਿਆ ਦੇ ਅਰਥ ਭਾਵ ਚ ਵਿਸ਼ੇਸ਼ਤਾ, ਇਹ ਪਹਿਲੀ ਕਿਸਮ ਆ ਗਈ। ਦੂਸਰੀ ਕਿਸਮ ਆ ਵਿਸ਼ੇਸ਼ਣ ਦੇ ਅਰਥ ਭਾਵ ਦੇ ਵਿੱਚ ਵਿਸ਼ੇਸ਼ਤਾ। ਤੀਸਰੀ ਕਿਸਮ ਆ ਗਈ ਵੀ ਕਿਰਿਆ ਵਿਸ਼ੇਸ਼ਣ ਦੇ ਹੀ ਅਰਥ ਭਾਵ ਦੇ ਵਿੱਚ ਵਿਸ਼ੇਸ਼ਤਾ ਦਾ ਪਤਾ ਲੱਗਣਾ। ਉਹ ਜਿਹੜੇ ਸ਼ਬਦ ਜਿਹੜੇ ਕਿਰਿਆ ਵਿਸ਼ੇਸ਼ਣ ਦੀ ਅਰਥ ਭਾਵ ਚ ਵਿਸ਼ੇਸ਼ਤਾ ਦੱਸਦੇ ਆ, ਉਹਨਾਂ ਨੂੰ ਅੱਗੇ ਆਪਾਂ ਕਿਰਿਆ ਵਿਸ਼ੇਸ਼ੀ ਸ਼ਬਦ ਜਿਹੜੇ ਆ ਉਹ ਕਹਿੰਦੇ ਆ। ਇਸ ਤੋਂ ਅੱਗੇ ਚੱਲੋ ਜੀ, ਕਿਰਿਆ ਵਿਸ਼ੇਸ਼ਣ ਦੀਆਂ ਉਕਤ ਤਿੰਨੇ ਕਿਸਮਾਂ ਨੂੰ ਅੱਗੇ 8 ਭਾਗਾਂ ਦੇ ਵਿੱਚ ਵੰਡਿਆ ਹੋਇਆ। ਵਾਹ ਵਾਹ, ਦੇਖੋ ਵਿਆਕਰਣ ਕਿੱਥੇ ਤੀਕਰ ਜਿਹੜੀ ਆ ਤੁਸੀਂ ਦੇਖੋ ਵੀ ਗੁਰਬਾਣੀ ਦੇ ਵਿੱਚ ਕੰਮ ਕਰ ਰਹੀ ਆ। ਕਿਸੇ ਵਾਸਤੇ ਜਿਹੜੀ ਆ ਸਾਨੂੰ ਬਹੁਤ ਵਾਰ ਜਿਹੜੀ ਆ ਉਹ ਸਾਨੂੰ ਗਲਤੀ ਲੱਗ ਜਾਂਦੀ ਹੈ ਸ਼ਬਦਾਂ ਦੇ ਅਰਥ ਭਾਵਾਂ ਨੂੰ ਸਮਝਣ ਦੇ ਵਿੱਚ। ਅਸੀਂ ਅਰਥ ਭਾਵ ਕੁਝ ਹੋਰ ਸਮਝੀ ਬੈਠੇ ਹੁੰਨੇ ਆ, ਪਰ ਉਹਦਾ ਅਰਥ ਭਾਵ ਕੋਈ ਮੀਨਿੰਗ ਜਿਹੜਾ ਵਾ ਉਹ ਕੋਈ ਹੋਰ ਨਿਕਲਦਾ ਹੁੰਦਾ ਵਾ। ਤੋ ਇਹ ਕਿਉਂ ਆ ਸਾਰਾ ਕੁਝ, ਇਹ ਇਸ ਵਾਸਤੇ ਆ ਕਿਉਂਕਿ ਅੱਗੇ ਤੁਸੀਂ ਦੇਖੋ ਵੀ ਕਿਰਿਆ ਵਿਸ਼ੇਸ਼ਣ ਦੀ ਕਿਸਮ ਜਿਹੜੀਆਂ 3 ਤਰ੍ਹਾਂ ਦੀ ਕਿਰਿਆ ਵਿਸ਼ੇਸ਼ਣ ਆ, ਇਹ ਜਿਹੜੀ 3 ਤਰ੍ਹਾਂ ਦੀ ਕਿਸਮ ਅਸੀਂ ਪੜ੍ਹੀ ਆ, ਇਹਦੇ ਵੀ ਅੱਗੇ 8 ਭਾਗ ਆ, 8 ਭਾਗ। ਹੁਣ 8 ਭਾਗਾਂ ਦੇ ਵਿੱਚ ਪਹਿਲਾ ਭਾਗ ਹੈ ਕਾਲਵਾਚੀ ਕਿਰਿਆ ਵਿਸ਼ੇਸ਼ਣ ਵਾਲੇ ਸ਼ਬਦ। ਕਾਲਵਾਚੀ, ਕਾਲ ਦਾ ਅਰਥ ਹੁੰਦਾ ਸਮਾਂ, ਸਮਾਵਾਚੀ ਕਿਰਿਆ ਵਿਸ਼ੇਸ਼ਣ ਵਾਲੇ ਸ਼ਬਦ ਜੋ ਕਿਰਿਆ ਦੇ ਹੋਣ ਦਾ ਸਮਾਂ ਦੱਸਣ, ਉਹਨਾਂ ਸ਼ਬਦਾਂ ਨੂੰ ਅਸੀਂ ਕਾਲਵਾਚੀ ਕਿਰਿਆ ਵਿਸ਼ੇਸ਼ਣ ਕਹਿੰਦੇ ਹਾਂ। ਜਿਹੜੇ ਸ਼ਬਦਾਂ ਤੋਂ ਸਾਨੂੰ ਪਤਾ ਲੱਗੇ ਵੀ ਕਿਰਿਆ ਦਾ ਫਲਾਣਾ ਸਮਾਂ ਹੈ, ਉਹ ਕਿਹੜੇ ਉਹ ਸ਼ਬਦ ਕਿਹੜੇ ਹੋ ਗਏ, ਉਹ ਕਿਰਿਆ ਕਾਲਵਾਚੀ ਕਿਰਿਆ ਵਿਸ਼ੇਸ਼ਣ ਹੋ ਗਏ। ਉਹ ਸ਼ਬਦ ਵੀ ਮੰਨ ਲਓ ਵੀ ਕੋਈ ਕੰਮ ਹੋਇਆ ਵਾ, ਉਹ ਕੰਮ ਕਿਹੜੇ ਸਮੇਂ ਵਿੱਚ ਹੋਇਆ, ਸਵੇਰੇ ਹੋਇਆ, ਦੁਪਹਿਰੀ ਹੋਇਆ, ਸ਼ਾਮਾਂ ਨੂੰ ਹੋਇਆ, ਉਹ ਕਿਹੜੇ ਸਮੇਂ ਵਿੱਚ ਹੋਇਆ। ਜਿਵੇਂ ਮੰਨ ਲਓ ਵੀ ਆਪਾਂ ਕਹਿ ਲੈਂਦੇ ਆ ਵੀ ਗੁਰਮੁਖ ਸਿੰਘ ਨੇ ਕਾਰ ਚਲਾਈ। ਹੁਣ ਗੁਰਮੁਖ ਸਿੰਘ ਨੇ ਕਾਰ ਚਲਾਈ, ਕਿਹੜੇ ਸਮੇਂ ਚਲਾਈ ਜੀ? ਉਹਨੇ ਕਾਰ ਚਲਾਈ, ਸਵੇਰੇ ਚਲਾਈ, ਸ਼ਾਮੀ ਚਲਾਈ, ਦੁਪਹਿਰੀ ਚਲਾਈ। ਜਾਂ ਆਪਾਂ ਕਹਿ ਲਈਏ ਵੀ ਬੀਬੀ
ਕੋਈ ਵੀ ਆਪਾਂ ਨਾਮ ਲੈ ਲਈਏ ਵੀ ਬੀਬੀ ਬੀਬੀ ਕਿਰਨਦੀਪ ਕੌਰ ਨੇ ਚਾਹ ਬਣਾਈ, ਕਿਹੜੇ ਟਾਈਮ ਬਣਾਈ, ਸਵੇਰੇ ਬਣਾਈ, ਸ਼ਾਮ ਬਣਾਈ, ਜਾਂ ਦੁਪਹਿਰੀ ਬਣਾਈ, ਜਾਂ ਰਾਤ ਨੂੰ ਬਣਾਈ, ਕਿਹੜੇ ਟਾਈਮ ਉਹਨੇ ਚਾਹ ਬਣਾਈ। ਜਿਹੜਾ ਉਹ ਟਾਈਮ ਆ ਨਾ ਜੀ, ਜਿਹੜੇ ਟਾਈਮ ਉਹਨਾਂ ਨੇ ਚਾਹ ਬਣਾਈ ਜਾਂ ਜਿਹੜੇ ਟਾਈਮ ਗੁਰਮੁਖ ਸਿੰਘ ਨੇ ਕਾਰ ਚਲਾਈ, ਉਸ ਟਾਈਮ ਨੂੰ, ਉਸ ਪੀਰੀਅਡ ਨੂੰ ਅਸੀਂ ਕਹਿੰਦੇ ਆ ਕਾਲਵਾਚੀ ਕਿਰਿਆ ਵਿਸ਼ੇਸ਼ਣ ਸ਼ਬਦ। ਜਿਹੜੇ ਸ਼ਬਦ ਜਿਹੜੇ ਆ ਕਿਰਿਆ ਦਾ ਕਾਲ ਦੱਸਣ, ਸਮਾਂ ਦੱਸਣ। ਜਿਵੇਂ ਹੁਣ ਇੱਥੇ ਐਗਜ਼ਾਮਪਲ, ਉਦਾਹਰਨਾਂ ਦਸੀਆਂ ਹੋਈਆਂ ਹਨ ਸਾਡੇ ਸਾਹਮਣੇ ਵੀ, ਉਦੋਂ, ਜਦੋਂ, ਕਦੋਂ, ਜਦ, ਕਦ, ਕਦੀ, ਹੁਣ, ਹੁਣੇ, ਅੱਜ, ਕੱਲ, ਸਵੇਰੇ, ਪਰਸੋਂ, ਦੁਪਹਿਰੇ, ਕੁਵੇਲੇ, ਸਵੇਲੇ, ਕਦੀ, ਕਦਾਈ, ਸ਼ਾਮੀ, ਰਾਤ, ਦਿਨ, ਫਿਰ, ਕਦੇ। ਹੁਣ ਇਹ ਸਾਰੇ ਸ਼ਬਦਾਂ ਤੋਂ ਸਾਨੂੰ ਕਾਲਵਾਚੀ ਕਿਰਿਆ ਵਿਸ਼ੇਸ਼ਣ ਦਾ ਪਤਾ ਲੱਗਦਾ ਹੈ ਵੀ ਇਹ ਕਿਰਿਆ ਇਸ ਟਾਈਮ ਦੇ ਵਿੱਚ ਹੋਈ ਹੈ। ਗੁਰਬਾਣੀ ਚ ਇਹਨਾਂ ਦੇ ਸਰੂਪ ਜਿਹੜੇ ਆ ਉਹ ਇਸ ਤਰ੍ਹਾਂ ਨੇ ਆ, ਇਸ ਤਰ੍ਹਾਂ ਹੁੰਦੇ ਹਨ, ਪੜਨ ਨੂੰ ਸਾਨੂੰ ਮਿਲਦੇ ਆ ਜੀ। ਉਪਜੰਪ, ਸਵੇਰੈ, ਅੰਮ੍ਰਿਤ ਵੇਲੇ, ਦਹੁ ਦੀਵੀ, ਅਵਲ, ਔਲ, ਪਹਿਲਾਂ, ਅੱਗੋਂ, ਪ੍ਰਥਮੈ, ਪਹਿਲੋਂ, ਧੁਰ, ਪੂਰਬ, ਅਹਨਿਸ, ਦਿਨਸ, ਰਹਿ, ਨਾਰੇ, ਰਾਤ, ਦਿਨੰਤ, ਦਿਨਸ ਅਰ ਰਾਤ, ਰੈਨ, ਰਾਤ, ਨਿਸ, ਬਾਸੁਰ, ਸਾਂਝ, ਅੰਤ ਕੀ ਵੇਲਾ, ਅੰਤ ਕਾਲ, ਕਾਹੂ ਬੇਰੇ, ਦਰਹਾਲ, ਅਨਦਿਨ, ਆਜ, ਅੱਜ। ਇਹ ਜਿੰਨੇ ਵੀ ਸ਼ਬਦ ਆ ਜੀ, ਤੁਸੀਂ ਇਹ PDF ਫਾਈਲ ਜਿਹੜੀ ਆ WhatsApp ਗਰੁੱਪ ਦੇ ਵਿੱਚ ਜਿਹੜੀ ਆ ਉਹ ਪਾ ਦਿੱਤੀ ਗਈ ਆ। ਇਹ ਸਾਰੇ ਸ਼ਬਦਾਂ ਨੂੰ ਇੱਕ ਵਾਰੀ ਤੁਸੀਂ ਦੇਖ ਲਓ ਜੀ, ਇਹਨਾਂ ਨੂੰ ਪੜ੍ਹ ਲੈਣਾ। ਮੈਂ ਬਹੁਤੇ ਨਹੀਂ ਡਿਟੇਲ ਵਿੱਚ ਸਾਰੇ ਸ਼ਬਦ ਪੜ੍ਹ ਰਹੇ ਆ, ਬਸ ਟੁੱਕ ਮਾਤਰ ਹੀ ਬੇਨਤੀ ਕਰ ਰਹੇ ਹਾਂ ਜੀ। ਇਹਨਾਂ ਸਾਰੇ ਸ਼ਬਦਾਂ ਨੂੰ ਤੁਸੀਂ ਪੜ੍ਹ ਲੈਣਾ ਇੱਕ ਵਾਰੀ। ਹੁਣ ਇਹ ਸਾਰੇ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ਬਦ ਹੁੰਦੇ ਆ, ਗੁਰਬਾਣੀ ਦੀਆਂ ਪੰਕਤੀਆਂ ਵਿੱਚੋਂ, ਤੁਕਾਂ ਦੇ ਵਿੱਚੋਂ ਇਹ ਸਾਰੇ ਸ਼ਬਦ ਜਿਹੜੇ ਆ ਉਹ ਅਸੀਂ ਪੜ੍ਹਦੇ ਆ ਜੀ। ਹਾਂਜੀ, ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ, ਇਹ ਸਾਰੇ ਸ਼ਬਦ ਜਿਹੜੇ ਆ ਉਹ ਅਸੀਂ ਠੀਕ ਹੈ ਜੀ। ਹਾਂਜੀ, ਇਹ ਸਾਰੇ ਦੇ ਸਾਰੇ ਸ਼ਬਦ ਜਿਹੜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੜ੍ਹਦੇ ਆ। ਮੈਂ ਬੇਨਤੀ ਕਰਨਾ ਚਾਹਾਂਗਾ, ਮੈਂ ਬਹੁਤ ਸਲੋਲੀ ਹੌਲੀ ਹੌਲੀ ਚੱਲ ਰਿਹਾ ਜੀ, ਤਾਂ ਜੋ ਇੱਕ ਇੱਕ ਪੁਆਇੰਟ ਜਿਹੜਾ ਵਾ ਉਹ ਸਾਨੂੰ ਸਮਝ ਵਿੱਚ ਆ ਜਾਏ। ਹੋ ਸਕਦਾ ਵੀ ਇਹਨੂੰ ਕੁਝ ਦਿਨ ਲੱਗ ਜਾਣ, ਜਿਵੇਂ ਅਗਲੀ ਕਲਾਸ, ਉਸ ਤੋਂ ਫਿਰ ਅਗਲੀ ਕਲਾਸ ਵਿੱਚ, ਪਰ ਮੇਰਾ ਇਹ ਹਮੇਸ਼ਾ ਮੋਟਿਵ ਰਹਿੰਦਾ ਵਾ ਵੀ ਅਸੀਂ ਥੋੜਾ ਕਰੀਏ, ਪਰ ਜਿੰਨਾ ਵੀ ਵਿਆਕਰਨ ਦੇ ਨਿਯਮਾਂ ਨੂੰ ਅਸੀਂ ਪੜ੍ਹੀਏ ਉਹ ਸਾਨੂੰ ਸਮਝ ਵਿੱਚ ਆ ਜਾਣ। ਤੋ ਇਹਨੂੰ ਸਮਝੋ ਵੀ ਇਹ ਸਾਰੇ ਦੇ ਸਾਰੇ ਸ਼ਬਦ ਜਿਹੜੇ ਆ ਇਸ ਢੰਗ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਾਨੂੰ ਪੜ੍ਹਨ ਨੂੰ ਮਿਲਦੇ ਆ। ਤੇ ਹੁਣ ਇਹ ਗੱਲ ਅਸੀਂ ਆਪਣੇ ਦਿਲ ਦਿਮਾਗ ਵਿੱਚ ਬਿਠਾ ਲੈਣੀ ਆ ਵੀ ਜਿੱਥੇ ਇਹ ਸਾਰੇ ਸ਼ਬਦ ਪੜ੍ਹਨ ਨੂੰ ਮਿਲਣਗੇ, ਜਿਵੇਂ ਆਪਾਂ ਇੱਕ ਮੋਟੇ ਜਿਹੇ ਤੌਰ ਤੇ ਆਪਾਂ ਸੋਲਾ ਸਾਹਿਬ ਦੀ ਬਾਣੀ ਵਿੱਚੋਂ ਇੱਕ ਪੰਕਤੀ ਪੜ੍ਹਦੇ ਆ ਜੀ, ਜਿਹੜਾ ਵਾ ਦਿਨਸ ਰਹਿ ਨਾਰੇ, ਇਹ ਜਿਹੜਾ ਸ਼ਬਦ ਆਪਾਂ ਪੜ੍ਹਦੇ ਆ, ਔਦ ਘਟੈ ਦਿਨਸ ਰਹਿ ਨਾਰੇ, ਔਦ ਘਟੈ ਦਿਨਸ ਰਹਿ ਨਾਰੇ, ਹਨਾ ਵੀ ਦਿਨ ਰਾਤ ਜਿਹੜੀ ਆ ਔਦ ਦਾ ਅਰਥ ਹੁੰਦਾ ਜੀ ਉਮਰ, ਉਹ ਘਟਦੀ ਪਈ ਆ। ਹੁਣ ਉਹ ਜਿਹੜਾ ਦਿਨਸ ਰਹਿ ਨਾਰੇ, ਉਹ ਜਿਹੜਾ ਸ਼ਬਦ ਆ ਉਹ ਕਿਹਦੇ ਨਾਲ ਰਿਲੇਟਡ ਆ? ਉਹ ਕਿਰਿਆ ਵਿਸ਼ੇਸ਼ਣ ਦੇ ਨਾਲ ਰਿਲੇਟਡ ਆ। ਉਹ ਕਾਲਵਾਚੀ ਕਿਰਿਆ ਵਿਸ਼ੇਸ਼ਣ ਵਾਲਾ ਸ਼ਬਦ ਆ ਵੀ ਜਿਹੜੀ ਉਮਰ ਹੈ, ਉਮਰ ਜਿਹੜੀ ਆ, ਉਮਰ ਆ ਗਿਆ ਨਾਉਨ ਵਾਲਾ ਸ਼ਬਦ, ਉਮਰ ਜਿਹੜੀ ਆ ਉਹ ਘਟ ਰਹੀ ਆ, ਘਟਨਾ ਜਿਹੜਾ ਵਾ ਉਹ ਆ ਗਈ ਕਿਰਿਆ। ਪਰ ਹੁਣ ਇਹ ਜਿਹੜੀ ਉਮਰ ਘਟ ਰਹੀ ਆ, ਇਹ ਕਦੋਂ ਘਟ ਰਹੀ ਆ, ਕਿਵੇਂ ਘਟਦੀ ਆ, ਇਹ ਕਿਹੜੇ ਟਾਈਮ ਪੀਰੀਅਡ ਚ ਕਰ ਰਹੀ ਆ? ਦਿਨ ਰਾਤ, ਦਿਨ ਦਾ ਸਮਾਂ, ਰਾਤ ਦਾ ਸਮਾਂ, ਇਹ ਕੀ ਆ? ਇਹ ਜਿਹੜਾ ਟਾਈਮ ਪੀਰੀਅਡ ਆ, ਇਹ ਕਿਰਿਆ ਦਾ ਕਾਲਵਾਚੀ ਕਿਰਿਆ ਵਿਸ਼ੇਸ਼ਣ ਵਾਲਾ ਸ਼ਬਦ ਆ। ਠੀਕ ਹੈ ਜੀ। ਇਹੋ ਜਿਹੇ ਬਹੁਤ ਸਾਰੇ ਸ਼ਬਦ ਸਾਨੂੰ ਗੁਰਬਾਣੀ ਦੇ ਵਿੱਚੋਂ ਜਿਹੜੇ ਆ ਉਹ ਪੜ੍ਹਨ ਨੂੰ ਮਿਲਦੇ ਆ ਜੀ। ਹੁਣ ਅੱਗੇ ਤੁਸੀਂ ਦੇਖੋ ਵੀ ਨੋਟ ਲਿਖਿਆ ਹੋਇਆ ਵਾ ਇੱਕ, ਗੁਰਬਾਣੀ ਚ ਇੱਕੋ ਸ਼ਬਦ ਸਰੂਪ, ਪੜਨਾਵ, ਸੰਬੰਧਕ, ਵਿਸ਼ੇਸ਼ਣ, ਯੋਜਕ ਜਾਂ ਕਿਰਿਆ ਵਿਸ਼ੇਸ਼ਣ ਹੋ ਸਕਦਾ ਹੈ। ਜਿਵੇਂ ਮੈਂ ਪਹਿਲਾਂ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਸੀ ਵੀ ਸ਼ਬਦ ਦਾ ਸਰੂਪ ਇੱਕੋ ਹੀ ਆ, ਪਰ ਉਸ ਸ਼ਬਦ ਦਾ ਜੋ ਇੱਕੋ ਸਰੂਪ ਵਾਲਾ ਸ਼ਬਦ ਹੈ ਉਹ ਵੱਖੋ ਵੱਖਰੇ ਪ੍ਰਕਰਨ ਦੇ ਵਿੱਚ ਵੱਖੋ ਵੱਖਰੇ ਉਹ ਅਰਥ ਦੇ ਰਿਹਾ ਹੈ। ਸਰੂਪ ਇੱਕੋ ਜੀ ਹੈ, ਇੱਕ ਜਗ੍ਹਾ ਉਹ ਅਰਥ
ਪਰਨਾਮ ਦੇ ਰੂਪ ਵਿੱਚ ਕਰ ਰਿਹਾ, ਇੱਕ ਜਗ੍ਹਾ ਸ਼ਬਦ ਵਿੱਚ ਉਹ ਅਰਥ ਸੰਬੰਧਕ ਦੇ ਰੂਪ ਵਿੱਚ ਆ ਗਿਆ, ਇੱਕ ਜਗ੍ਹਾ ਵਿਸ਼ੇਸ਼ਣ ਚ, ਇੱਕ ਜਗ੍ਹਾ ਯੋਜਕ ਵਿੱਚ, ਇੱਕ ਜਗ੍ਹਾ ਕਿਰਿਆ ਵਿਸ਼ੇਸ਼ਣ। ਇਸ ਢੰਗ ਨਾਲ ਹੋ ਸਕਦਾ ਹੈ। ਹੁਣ ਦੋ ਸ਼ਬਦ ਇੱਥੇ ਆ ਉਦਾਹਰਨ ਸਰੂਪ, ਪਿੱਛੇ ਤੇ ਪਿੱਛੇ। ਪਿੱਛੇ ਤੇ ਪਿੱਛੇ ਇਹ ਜਿਹੜੇ ਦੋ ਸ਼ਬਦ ਆ, ਇਹਨਾਂ ਦਾ ਗੁਰਬਾਣੀ ਦੇ ਵਾਕਾਂ ਦੇ ਵਿੱਚ ਸਥਾਨ ਤੇ ਇਹਨਾਂ ਦਾ ਅਰਥ ਜਿਹੜਾ ਵਾ ਉਹ ਸਾਨੂੰ ਉਹ ਸਮਝਣ ਯੋਗ ਆ, ਵਾਚਣ ਯੋਗ ਹੈ। ਸੰਤਾਂ ਨਾਲ ਵੈਰ ਕਮਾਵੰਦੇ, ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਿੱਛੇ ਸੁਖ ਨਹੀਂ, ਮਰ ਜੰਮੈ ਵਾਰੋ ਵਾਰ। ਹੁਣ ਇਹ ਗੁਰਬਾਣੀ ਦੀ ਪੰਕਤੀ ਅਸੀਂ ਕਈ ਦਫਾ ਜਿਹੜੀ ਆ ਉਹ ਮਹਾਰਾਜ ਦੀ ਬਾਣੀ ਵਿੱਚੋਂ ਪੜ੍ਹੀ ਹੋਵੇਗੀ। ਕਈ ਜਗ੍ਹਾ ਅਸੀਂ ਇਸ ਪੰਕਤੀ ਦਾ ਜਿਹੜਾ ਵਾ ਉਹ ਪ੍ਰਮਾਣ ਐਜ਼ ਅ ਪ੍ਰਮਾਣ ਵੀ ਜਿਹੜਾ ਵਾ ਉਹ ਸੰਗਤ ਵਿੱਚ ਰੱਖਿਆ ਹੋਏਗਾ, ਕਥਾ ਦੌਰਾਨ ਜਾਂ ਪ੍ਰਚਾਰ ਦੇ ਦੌਰਾਨ। ਸੰਤਾਂ ਨਾਲ ਵੈਰ ਕਮਾਵੰਦੇ, ਰਾਗੀ ਸਿੰਘਾਂ ਨੇ ਹਜ਼ਾਰਾਂ ਵਾਰੀ ਜਿਹੜਾ ਵਾ ਇਹ ਸ਼ਬਦ ਦਾ ਗਾਇਨ ਵੀ ਕੀਤਾ ਹੋਏਗਾ। ਸੰਤਾਂ ਨਾਲ ਵੈਰ ਕਮਾਵੰਦੇ, ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਿੱਛੇ ਸੁਖ ਨਹੀਂ, ਮਰ ਜੰਮੈ ਵਾਰੋ ਵਾਰ। ਹੁਣ ਇਹ ਜਿਹੜੇ ਦੋ ਸ਼ਬਦ ਆ, ਅੱਗੇ ਪਿੱਛੇ, ਹੁਣ ਇਹ ਦੋ ਸ਼ਬਦਾਂ ਨੂੰ ਅਸੀਂ ਪੁਆਇੰਟ, ਇਹਨਾਂ ਦੋ ਸ਼ਬਦਾਂ ਦੇ ਉੱਤੇ ਅਸੀਂ ਆਪਣਾ ਫੋਕਸ ਕਰਨਾ ਹੈ। ਇਹ ਦੋ ਸ਼ਬਦ ਕਿਹੜੇ ਆ ਜੀ? ਅੱਗੇ ਪਿੱਛੇ। ਇਹ ਸਮੇਂ ਦੇ ਨਾਲ ਰਿਲੇਟਡ ਆ ਜੀ, ਇਹ ਸਮਾਂ ਦੱਸ ਰਹੇ ਆ। ਅੱਗੇ ਪਿੱਛੇ ਪਹਿਲਾਂ ਅਤੇ ਬਾਅਦ ਵਿੱਚ, ਮਰਨ ਤੋਂ ਪਹਿਲਾਂ ਦਾ ਸਮਾਂ ਤੇ ਮਰਨ ਤੋਂ ਬਾਅਦ ਦਾ ਸਮਾਂ। ਸੁੱਖ ਨਹੀਂ, ਉਸ ਵਿਅਕਤੀ ਨੂੰ ਜਿਹੜਾ ਵਾ ਸੁੱਖ ਨਹੀਂ ਮਹਾਰਾਜ ਕਹਿੰਦੇ ਪ੍ਰਾਪਤ ਹੁੰਦਾ, ਜਿਹੜਾ ਵਿਅਕਤੀ ਰੱਬ ਦੇ ਪਿਆਰਿਆਂ ਦੇ ਨਾਲ, ਭਲੇ ਪੁਰਸ਼ਾਂ ਦੇ ਨਾਲ ਵੈਰ ਕਮਾਉਂਦਾ ਹੈ ਅਤੇ ਮਨਮੁਖਾਂ ਦੇ ਨਾਲ ਜਿਹੜਾ ਹੈ ਉਹ ਮੋਹ ਪਿਆਰ ਜੋੜ ਕੇ ਰੱਖਦਾ ਹੈ। ਮਹਾਰਾਜ ਕਹਿੰਦੇ ਅਜਿਹੇ ਵਿਅਕਤੀ ਨੂੰ ਨਾ ਮਰਨ ਤੋਂ ਪਹਿਲਾਂ ਇਸ ਜੀਵਨ ਕਾਲ ਵਿੱਚ ਆਤਮਿਕ ਸੁੱਖ ਨਸੀਬ ਹੁੰਦਾ ਹੈ ਤੇ ਨਾ ਹੀ ਮਰਨ ਤੋਂ ਬਾਅਦ ਅਜਿਹੇ ਵਿਅਕਤੀ ਦੀ ਕੋਈ ਮੁਕਤੀ ਹੁੰਦੀ ਆ, ਉਹਨੂੰ ਸੁੱਖ ਨਹੀਂ ਪ੍ਰਾਪਤ ਹੁੰਦਾ। ਤੋਂ ਇਹ ਅੱਗੇ ਪਿੱਛੇ ਜਿਹੜਾ ਵਾ ਇਹ ਸਮੇਂ ਦੇ ਨਾਲ ਰਿਲੇਟਡ ਆ। ਤੋਂ ਇਹ ਜਿਹੜੇ ਅੱਗੇ ਪਿੱਛੇ ਇਹ ਜਿਹੜੇ ਦੋ ਸ਼ਬਦ ਆ, ਇਹ ਕਿਰਿਆ ਕਾਲਵਾਚੀ ਕਿਰਿਆ ਵਿਸ਼ੇਸ਼ਣ ਇਹ ਸ਼ਬਦ ਆ। ਇਹ ਜਿਹੜਾ ਹੈ ਸੁਖ ਨਹੀਂ ਮਰ ਜੰਮੈ ਵਾਰੋ ਵਾਰ, ਮਰ ਜੰਮੈ, ਮਰ ਜੰਮੈ ਇਹ ਜਿਹੜਾ ਵਾ ਕਿਰਿਆ ਆ ਗਈ, ਮਰ ਜਾਣਾ, ਜਨਮ ਲੈਣਾ। ਇਹ ਦੋ ਕਿਰਿਆਵਾਚੀ ਸ਼ਬਦਾਂ ਦੀ ਜਿਹੜਾ ਵਾ ਇਹ ਅੱਗੇ ਸਮੇਂ ਦੇ ਨਾਲ ਜਿਹੜੀ ਆ ਉਹ ਵਿਸ਼ੇਸ਼ਤਾ ਦੱਸ ਰਹੇ ਆ ਵੀ ਉਹ ਕਦੋਂ ਉਹ ਜਿਹੜੇ ਆ ਜੰਮਦੇ ਮਰਦੇ ਆ, ਉਹਨਾਂ ਨੂੰ ਕਦੋਂ ਸੁੱਖ ਪ੍ਰਾਪਤ ਨਹੀਂ ਹੁੰਦਾ, ਉਹਨਾਂ ਨੂੰ ਇਸ ਮਰਨ ਤੋਂ ਪਹਿਲਾਂ, ਇਸ ਜਨਮ ਦੇ ਵਿੱਚ ਤੇ ਮਰਨ ਤੋਂ ਬਾਅਦ ਅੱਗੇ ਪਿੱਛੇ ਸੁੱਖ ਨਹੀਂ। ਤੋਂ ਅੱਗੇ ਪਿੱਛੇ ਇਹ ਜਿਹੜੇ ਦੋ ਸ਼ਬਦ ਇੱਥੇ ਆਏ ਆ, ਇਸ ਵਾਕ ਦੇ ਵਿੱਚ ਜਾਂ ਇਸ ਗੁਰਬਾਣੀ ਦੀ ਤੁਕ ਦੇ ਵਿੱਚ ਇੱਕ ਕਾਲਵਾਚੀ ਕਿਰਿਆ ਵਿਸ਼ੇਸ਼ਣ ਦੇ ਨਾਲ ਇਹ ਸੰਬੰਧ ਰੱਖਦੇ ਆ ਦੋ ਸ਼ਬਦ। ਪਿੱਛੇ ਪੱਤਲ ਸਦਿਓ ਕਾਮ, ਇਹ ਸ਼ਬਦ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਦਾ ਵਾ ਜੀ। ਜਿਵੇਂ ਮੈਂ ਪਿਛਲੇ ਹਫਤੇ ਵੀ ਤੁਹਾਡੇ ਨਾਲ ਬੇਨਤੀ ਸਾਂਝੀ ਕੀਤੀ, ਜਿਹੜਾ ਉਹ ਸ਼ਬਦ ਅਸੀਂ ਪੜ੍ਹਦੇ ਹਾਂ ਵੀ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਉਹ ਜਿਹੜਾ ਪੂਰਾ ਸ਼ਬਦ ਆ, ਉਸ ਸ਼ਬਦ ਦਾ ਅਖੀਰ ਦੇ ਉੱਤੇ ਜਿਹੜਾ ਜਦੋਂ ਗੁਰੂ ਨਾਨਕ ਸਾਹਿਬ 10ਵੇਂ ਟਾਈਮ ਦੀ ਅਵਸਥਾ ਦੱਸਦੇ ਆ ਤੇ ਉਸ ਤੋਂ ਬਾਅਦ ਜਿਹੜੀ ਮਰਨ ਦੀ ਗੱਲ ਕਰਦੇ ਆ, ਮਰਨ ਤੋਂ ਅਗਲਾ ਟਾਈਮ ਜਿਹੜਾ ਗੁਰੂ ਸਾਹਿਬ ਨੇ ਦੱਸਿਆ ਹੋਇਆ, ਉਹ ਉੱਥੇ ਇਹ ਗੁਰਬਾਣੀ ਦੀ ਪੰਕਤੀ ਸਾਨੂੰ ਪੜ੍ਹਨ ਨੂੰ ਮਿਲਦੀ ਹੈ ਜੀ। ਪਿੱਛੇ ਪੱਤਲ ਸਦਿਓ ਕਾਮ, ਕਾਮ ਦਾ ਅਰਥ ਕਾਂ, ਠੀਕ ਹੈ ਜੀ। ਹੁਣ ਜਿਹੜਾ ਪਿੱਛੇ ਸ਼ਬਦ ਆ, ਇੱਥੇ ਇਹ ਜਿਹੜਾ ਸ਼ਬਦ ਆ ਇਹ ਕਾਲਵਾਚੀ ਕਿਰਿਆ ਵਿਸ਼ੇਸ਼ਣ ਵਾਲਾ ਸ਼ਬਦ ਹੈ, ਕਿਉਂਕਿ ਇਹ ਕਿਰਿਆ ਦੀ, ਇਹ ਕਿਰਿਆ ਦਾ ਟਾਈਮ ਪੀਰੀਅਡ ਦੱਸ ਰਿਹਾ ਵੀ ਇਹ ਜਿਹੜੀ ਕਿਰਿਆ ਹੈ ਇਹ ਕਿਰਿਆ ਕਦੋਂ ਹੋਈ ਜਾਂ ਕਦੋਂ ਹੋਵੇਗੀ। ਇਹ ਕਿਰਿਆ ਦਾ ਟਾਈਮ ਪੀਰੀਅਡ ਦੱਸੇ। ਪਿੱਛੇ, ਪਿੱਛੇ ਤੋਂ ਭਾਵ ਆ ਜੀ ਮਰਨ ਤੋਂ ਬਾਅਦ ਵਿੱਚ ਵੀ। ਮਰਨ ਤੋਂ ਬਾਅਦ ਵਿੱਚ ਕੀ ਹੁੰਦਾ ਜੀ? ਮਰਨ ਤੋਂ ਬਾਅਦ ਵਿੱਚ ਜਿਹੜਾ ਵਾ ਜਿਹੜੇ ਜਿਵੇਂ ਅੱਜ ਕੱਲ ਆਪਾਂ ਦੇਖਦੇ ਹਾਂ ਵੀ ਮਰਨ ਤੋਂ ਬਾਅਦ ਜਿਹੜੇ ਮਰ ਚੁੱਕੇ ਆ ਉਹਨਾਂ ਦੇ ਨਿਮਿਤ ਲੋਕ ਸ਼ਰਾਧ ਕਰਦੇ ਆ, ਉਹਨਾਂ ਦੇ ਨਿਮਿਤ ਰੋਟੀ ਬਣਾਉਂਦੇ ਆ। ਕਈ ਰੋਟੀ ਜਿਹੜਾ ਵਾ ਉਹ ਗ੍ਰੰਥੀਆਂ ਨੂੰ ਖਵਾ ਦਿੰਦੇ ਆ। ਉਹਦੇ ਤੋਂ ਬਾਅਦ ਕਈ ਜਿਹੜੇ ਆ ਉਹ ਮੜੀਆਂ ਮਸਾਣੀਆਂ ਤੇ ਜਾ ਕੇ ਰੋਟੀ ਰੱਖਦੇ ਆ ਤੇ ਉਹਨਾਂ ਰੋਟੀਆਂ ਨੂੰ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਪ੍ਰਸ਼ਾਦੇ ਪਾਣੀ ਨੂੰ ਜਿਹੜਾ ਹੈ ਉਹ ਕਾਂ ਖਾ ਲੈਂਦੇ ਆ, ਕੁੱਤੇ ਖਾ ਲੈਂਦੇ ਆ, ਤੇ ਉਹ ਜਿਹੜੇ ਜਾਨਵਰ ਖਾ ਰਹੇ ਆ, ਹਨਾ। ਮਹਾਰਾਜ ਕਹਿੰਦੇ ਇਹ ਮਰਨ ਤੋਂ ਬਾਅਦ ਜਿਹੜੀ ਆ ਜਿਹੜਾ ਉਹਨਾਂ ਦੇ ਨਿਮਿਤ, ਪਿਤਰਾਂ ਦੇ ਨਿਮਿਤ ਜਿਹੜਾ ਰੋਟੀ ਪਾਣੀ ਲੋਕ ਤਿਆਰ ਕਰਦੇ ਆ, ਉਹ ਜਿਹੜਾ ਵਾ ਰੋਟੀ ਪਾਣੀ ਉਹਨਾਂ ਨੂੰ ਕਾਂ ਕੁੱਤੇ ਖਾਈ ਜਾ ਰਹੇ ਆ। ਉਹਦਾ ਕੋਈ ਫਾਇਦਾ ਨਹੀਂ ਆ, ਉਹ ਅੱਗੇ ਪਰਲੋਕ ਵਿੱਚ ਕੋਈ ਸਹਾਈ ਹੋਣ ਵਾਲਾ ਨਹੀਂ ਆ। ਤੋਂ ਮਰਨ ਤੋਂ ਬਾਅਦ ਦੀ ਗੱਲ ਆ। ਤੋਂ ਮਰਨ ਤੋਂ ਬਾਅਦ ਜਿਹੜਾ ਵਾ ਇਹ ਕਾਲਵਾਚੀ ਕਿਰਿਆ ਵਿਸ਼ੇਸ਼ਣ ਸ਼ਬਦ ਹੈ।
ਜਾ ਗਾਤੀ ਮਿਲੇ ਦੇ ਭੇਟ ਗੁਰ ਪਿੱਛੇ ਲੰਘਾਏ ਦੀਆ। ਇਹ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਦਾ ਸ਼ਬਦ ਆ ਜੀ, ਜਿਹੜਾ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਹਿੰਦੂ ਤੀਰਥਾਂ ਤੇ ਜਾਂਦੇ ਆ ਧਰਮ ਪ੍ਰਚਾਰ ਵਾਸਤੇ, ਤੇ ਉਦੋਂ ਜਿਹੜਾ ਟੈਕਸ ਜਿਹੜਾ ਉਸ ਟਾਈਮ ਦੇ ਵਿੱਚ ਲੱਗਾ ਹੋਇਆ ਸੀ, ਉਸ ਮਹਾਰਾਜ ਜੀ ਦੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਟਾਈਮ ਪੀਰੀਅਡ ਦੇ ਵਿੱਚ ਮੁਗਲ ਸਰਕਾਰ ਵੱਲੋਂ ਜਦੋਂ ਮਹਾਰਾਜ ਜੀ ਉੱਥੇ ਗਏ, ਮਹਾਰਾਜ ਜੀ ਨੇ ਟੈਕਸ ਦਾ ਵਿਰੋਧ ਕੀਤਾ, ਤੇ ਉਸ ਸਮੇਂ ਫਿਰ ਜਿਹੜਾ ਟੈਕਸ ਹਟਾ ਦਿੱਤਾ ਗਿਆ ਸੀ। ਧਾਰਮਿਕ ਸਥਾਨਾਂ ਦੀ ਜਿਹੜੀ ਯਾਤਰਾ ਸੀ ਉਹ ਬਿਨਾਂ ਟੈਕਸ ਤੋਂ ਜਿਹੜੀ ਕਰ ਦਿੱਤੀ ਗਈ ਸੀ। तो उत्थे फिर गुरु रामदास महाराज जी जी गुरु अमरदास महाराज जी ਜਾਂ ਫਿਰ ਗੁਰੂ ਦੀ ਉੱਥੇ ਉਸਤਤ ਕਰਦਿਆਂ ਕਹਿ ਰਹੇ ਆ ਵੀ ਜਿਹੜੇ ਮਨੁੱਖ ਗੁਰੂ ਦੇ ਨਾਲ ਹੋ ਕੇ ਤੁਰਦੇ ਆ, ਠੀਕ ਹੈ ਜੀ, ਉਹ ਮਨੁੱਖ ਜਿਹੜੇ ਆ ਕੇਵਲ ਇਸ ਸੰਸਾਰ ਵਿੱਚ ਹੀ ਨਹੀਂ ਬਲਕਿ ਇਸ ਸੰਸਾਰ ਭਵਸਾਗਰ ਤੋਂ ਵੀ ਉਹ ਜਿਹੜੇ ਆ ਉਹ ਪਾਰ ਲੰਘਾ ਦਿੱਤੇ ਜਾਂਦੇ ਆ। ਠੀਕ ਹੈ ਜੀ। ਜਾਂ ਗਾਤੀ ਮਿਲੇ ਦੇ ਭੇਟ ਗੁਰ ਪਿੱਛੇ ਲੰਘਾਏ ਦੀ ਆ। ਹੁਣ ਜਿਹੜਾ ਇਹ ਗੁਰ ਪਿੱਛੇ ਆ, ਇਹ ਜਿਹੜਾ ਪਿੱਛੇ ਸ਼ਬਦ ਆਇਆ ਵਾ ਇੱਥੇ, ਜਿਹੜਾ ਇਹ ਪਿੱਛੇ ਸ਼ਬਦ ਆ ਤੁਸੀਂ ਦੇਖੋ ਇਹਦਾ ਸਰੂਪ ਪਹਿਲੀਆਂ ਦੋ ਤੁਕਾਂ ਵਿੱਚ ਜਿਹੜਾ ਪਿੱਛੇ ਸ਼ਬਦ ਸੀ ਪੜਿਆ ਸੀ ਉਹਦੇ ਨਾਲ ਹੀ ਮਿਲਦਾ ਵਾ। ਇਨ ਬਿਨ ਪੱਪੇ ਨੂੰ ਸਿਆਰੀ ਛੱਛੇ ਅੱਖਰ ਦੇ ਉੱਪਰ ਦੁਲਾਵਾਂ ਦੀ ਮਾਤਰਾ, ਜਿਹੜੀਆਂ ਆਪਾਂ ਪਹਿਲਾਂ ਦੋ ਤੁਕਾਂ ਪੜੀਆਂ ਸੀ, ਤੁਸੀਂ ਦੇਖੋ ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਿੱਛੇ, ਇੱਥੇ ਵੀ ਪਿੱਛੇ ਸ਼ਬਦ ਇਸੇ ਹੀ ਸਰੂਪ ਵਿੱਚ ਕਾਇਮ ਆ। ਪਿੱਛੇ ਪੱਤਲ ਸਦਿਓ ਕਾਮ, ਇੱਥੇ ਵੀ ਪਿੱਛੇ ਸ਼ਬਦ ਇਸੇ ਹੀ ਸਰੂਪ ਵਿੱਚ ਆ ਗਿਆ। ਹੁਣ ਇਹ ਤੀਜੀ ਜਗ੍ਹਾ ਤੀਸਰੀ ਪੰਕਤੀ ਵਿੱਚ ਜਿਹੜਾ ਹੈ ਗੁਰ ਪਿੱਛੇ ਪਾਰ ਲੰਘਾਏ, ਇੱਥੇ ਵੀ ਸ਼ਬਦ ਜਿਹੜਾ ਵਾ ਇਸੇ ਹੀ ਸਰੂਪ ਵਿੱਚ ਕਾਇਮ ਆ। ਸਰੂਪ ਇੱਕੋ ਹੀ ਆ, ਪਰ ਹੁਣ ਇਸ ਪੰਕਤੀ ਦੇ ਵਿੱਚ ਜਿਹੜਾ ਇਹਦਾ ਅਰਥ ਹੈ ਉਹ ਕੁਝ ਹੋਰ ਹੈ। ਪਹਿਲੀਆਂ ਦੋ ਤੁਕਾਂ ਵਿੱਚ ਅਰਥ ਸੀ ਕਾਲ ਵਾਚੀ ਕਿਰਿਆ ਵਿਸ਼ੇਸ਼ਣ, ਉਹ ਅਰਥ ਸੀ, ਪਰ ਇਸ ਤੁਕ ਵਿੱਚ ਤੁਸੀਂ ਦੇਖੋ ਵੀ ਇਹਦਾ ਅਰਥ ਹੈ ਸੰਬੰਧਕ। ਤੇ ਆਪਾਂ ਸੰਬੰਧਕ ਉਹਨਾਂ ਸ਼ਬਦਾਂ ਨੂੰ ਕਹਿੰਦੇ ਆ ਜੀ, ਇਹਦੀ ਆਪਾਂ ਡੈਫੀਨੇਸ਼ਨ ਕਈ ਵਾਰ ਪੜ੍ਹੀ ਹੈ ਵੀ ਸੰਬੰਧਕ ਆਪਾਂ ਉਹਨਾਂ ਸ਼ਬਦਾਂ ਨੂੰ ਕਹਿੰਦੇ ਹਾਂ ਜਿਹੜੇ ਸ਼ਬਦ ਨਾਮ ਜਾਂ ਪੜਨਾਵ, ਨਾਉਨ ਜਾਂ ਪ੍ਰਨਾਉਨ ਵਾਲੇ ਸ਼ਬਦਾਂ ਦਾ ਸੰਬੰਧ ਕਿਰਿਆ ਦੇ ਨਾਲ ਜੋੜਦੇ ਆ, ਉਹਨਾਂ ਸ਼ਬਦਾਂ ਨੂੰ ਆਪਾਂ ਜਿਹੜਾ ਹੈ ਸੰਬੰਧਕ ਕਹਿੰਦੇ ਆ। ਹੁਣ ਇੱਥੇ ਇਹ ਜਿਹੜਾ ਗੁਰ ਪਿੱਛੇ ਜਿਹੜਾ ਸ਼ਬਦ ਆ ਇਹ ਆ ਜੀ ਸੰਬੰਧਕ, ਕਿਉਂਕਿ ਇੱਥੇ ਇੱਕ ਗੱਲ ਹੋਰ ਸਮਝਣ ਵਾਲੀ ਹੈ ਜੀ, ਇਹਦਾ ਆਈਡੀਆ ਸਾਨੂੰ ਕਿਵੇਂ ਲੱਗਾ ਜੀ ਵੀ ਇਹ ਸੰਬੰਧਕ ਹੈ। ਇਹਦਾ ਆਈਡੀਆ ਪਤਾ ਜੀ ਕਿੱਥੋਂ ਲੱਗਾ ਵਾ ਜੀ? ਇਹਦਾ ਆਈਡੀਆ ਸਾਨੂੰ ਲੱਗਾ ਵਾ ਜਿਹੜਾ ਗੁਰ ਸ਼ਬਦ ਆ, ਗੁਰ ਸ਼ਬਦ, ਤੁਸੀਂ ਗੁਰ ਸ਼ਬਦ ਨੂੰ ਦੇਖੋ ਧਿਆਨ ਨਾਲ, ਗੁਰ ਸ਼ਬਦ ਜਿਹੜਾ ਵਾ ਉਹ ਰਾਰਾ ਅੱਖਰ ਮੁਕਤਾ ਹੈ। ਗੱਗੇ ਪੈਰ ਔਂਕੜ ਦੀ ਮਾਤਰਾ ਲੱਗੀ, ਪਰ ਰਾਰੇ ਅੱਖਰ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਨਹੀਂ ਲੱਗੀ, ਜਦ ਕਿ ਉੱਥੇ ਲੱਗਣੀ ਚਾਹੀਦੀ ਸੀ ਪਰ ਉੱਥੇ ਨਹੀਂ ਲੱਗੀ, ਕਿਉਂਕਿ ਗੁਰ ਸ਼ਬਦ ਇੱਕ ਵਚਨ ਹੈ, ਨਾਉਨ ਹੈ, ਪੁਲਿੰਗ ਹੈ, ਕਿਉਂਕਿ ਇੱਥੇ ਗੁਰੂ ਦੀ ਗੱਲ ਜਿਹੜੀ ਹੈ ਉਹ ਗੁਰੂ ਰਾਮਦਾਸ ਮਹਾਰਾਜ ਜੀ ਕਰ ਰਹੇ ਆ। ਗੁਰੂ ਇੱਕ ਹੈ, ਗੁਰੂ ਪੁਲਿੰਗ ਹੈ ਤੇ ਗੁਰੂ ਜਿਹੜਾ ਹੈ ਉਹ ਨਾਉਨ ਹੈ। ਤੋ ਇੱਥੇ ਰਾਰੇ ਅੱਖਰ ਦੇ ਪੈਰ 'ਚ ਔਂਕੜ ਦੀ ਮਾਤਰਾ ਹੋਣੀ ਚਾਹੀਦੀ ਸੀ, ਪਰ ਵਿਆਕਰਨ ਦਾ ਰੂਲ ਤਾਂ ਇਹ ਕਹਿੰਦਾ ਸੀ ਔਂਕੜ ਦੀ ਮਾਤਰਾ ਹੋਣੀ ਚਾਹੀਦੀ, ਪਰ ਇੱਥੇ ਨਹੀਂ ਲੱਗੀ। ਤੇ ਫਿਰ ਇੱਕ ਵਿਆਕਰਨ ਦਾ ਰੂਲ ਇਹ ਸਾਨੂੰ ਸਮਝਾਉਂਦਾ ਵੀ ਇੱਥੇ ਜੇਕਰ ਰਾਰੇ ਅੱਖਰ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਨਹੀਂ ਲੱਗੀ, ਇਹਦਾ ਕਾਰਨ ਇਹ ਆ ਵੀ ਜਿਹੜਾ ਪਿੱਛੇ ਸ਼ਬਦ ਇੱਥੇ ਹੈ ਇਹ ਆ ਸੰਬੰਧਕੀ। ਤੇ ਇਹ ਗੱਲ ਯਾਦ ਰੱਖੀਏ, ਬਹੁਤ ਵਾਰੀ ਪਹਿਲਾਂ ਵੀ ਆਪਾਂ ਡਿਸਕਸ ਕੀਤਾ ਹੈ ਵੀ ਜਦੋਂ ਕਿਸੇ ਨਾਉਨ ਵਾਲੇ ਸ਼ਬਦ ਦੇ ਨਾਲ ਸੰਬੰਧਕੀ ਸ਼ਬਦ ਆ ਜਾਂਦਾ ਹੈ ਤੇ ਸੰਬੰਧਕੀ ਸ਼ਬਦ ਆਉਣ ਕਰਕੇ ਨਾਉਨ ਵਾਲੇ ਸ਼ਬਦ ਦੇ ਅਖੀਰਲੇ ਅੱਖਰ ਦੀ ਜਿਹੜੀ ਪੈਰ ਦੀ ਔਂਕੜ ਹੈ ਉਹ ਲੱਥ ਜਾਂਦੀ ਹੈ, ਉਹ ਅੱਖਰ ਜਿਹੜਾ ਹੈ ਉਹ ਮੁਕਤਾ ਰਹਿ ਜਾਂਦਾ ਹੈ। ਆਪਾਂ ਇਹਦੇ ਤੋਂ ਪਹਿਲਾਂ ਜਿਹੜਾ ਪਿਛਲੀ ਕਲਾਸ ਵਿੱਚ ਆਪਾਂ ਜਿਹੇ ਬਹੁਤ ਸਾਰੇ ਸ਼ਬਦਾਂ ਨੂੰ ਜਿਹੜਾ ਸੀ ਉਹ ਵਾਚਿਆ ਵੀ ਸੀ, ਉਹਨਾਂ ਸ਼ਬਦਾਂ ਦੀ ਉਦਾਹਰਨਾਂ ਆਪਾਂ ਪੜ੍ਹੀਆਂ ਵੀ ਸੀ। ਤੋ ਇੱਥੇ ਜਿਹੜਾ ਸ਼ਬਦ ਹੈ ਗੁਰ ਪਿੱਛੇ, ਇਹ ਸਮਝ ਲਓ ਵੀ ਇਹ ਕੀ ਹੈ ਜੀ, ਇੱਕ ਵਚਨ, ਇਹ ਪੁਲਿੰਗ, ਇਹ ਨਾਮ ਗੁਰੂ ਨੂੰ ਅੰਤ ਮੁਕਤਾ ਇਸ ਸ਼ਬਦ ਨੇ ਕਰ ਦਿੱਤਾ। ਇੱਥੋਂ ਸਾਨੂੰ ਜਿਹੜਾ ਵਾ ਉਹ ਅੰਦਾਜ਼ਾ ਹੋ ਗਿਆ ਵੀ ਇਹ ਸ਼ਬਦ ਜਿਹੜਾ ਸੰਬੰਧਕ ਹੈ ਇਹ ਕਿਰਿਆ ਕਾਲਵਾਚੀ ਕਿਰਿਆ ਵਿਸ਼ੇਸ਼ਣ ਵਾਲਾ ਸ਼ਬਦ ਨਹੀਂ ਹੈ। ਇਸ ਤੋਂ ਅਗਲੀ एग्जाम्पल देखिए जी, गुर सतगुर पिछे तर गया जो लोहा काट संगोया। हुण इत्थे गुरु रामदास महाराज कह रहे भी जिवें लोहा जिहड़ा है वो लकड़ी दा संग करन करके वो पार हो जाता है, नदी के पानी तो पार हो जाता है। इसे तरह जिहड़े मनुख गुरु दा संग करते आ वो भी गुरु दे संग दे नाल जिहड़ा वा वो इस संसार भवसागर तो पार हो जाते हैं, तर जाते हैं। ਹੁਣ ਇੱਥੇ ਵੀ ਤੁਸੀਂ ਦੇਖੋ ਵੀ ਜਿਹੜਾ ਪਿੱਛੇ ਸ਼ਬਦ ਆ ਇਹਦਾ ਸਰੂਪ ਇੱਕੋ ਹੀ ਆ, ਇਹ ਸਰੂਪ ਚੇਂਜ ਨਹੀਂ ਹੋਇਆ।
इत्थे पिछे शब्द उसे ही स्वरूप विच आ जिहड़ा पहलियां पंक्तियां विच स्वरूप कायम सी। पप्पे नूं सिहारी चिट्टे पैर चच्चे अक्कर दे उपर दुलावां दी मात्रा। हुण इत्थे जिहड़ा ये पिछे शब्द है ये इस पंक्ति विच संबंधक दा अर्थ कर रहा वा जी। ते संबंधक दा अर्थ सानूं किवें पता लगा? इत्थे फिर उही रूल है जी, क्योंकि गुर सतगुर ये जिहड़ा शब्द आ गुर सतगुर, सतगुर शब्द जां गुर शब्द, तुसीं देखो भी ये इन्हां शब्दां दा अखीरला अखर रारा मुक्ता है। रारे दे पैर विच औंकड़ दी मात्रा नहीं लगी हुई। जे लगी हुंदी तां फिर ये जिहड़ा पिछे शब्द सी ये संबंधक नहीं सी होना, पर इत्थे संबंधक तां है क्योंकि रारा अखर मुक्ता आ गया है। तो ये एक वचन नाउन प्लस पुलिंग है सतगुर शब्द रारा अखर मुक्ता क्यों आया? क्योंकि पिछे ये नाल संबंधक दा रोल इत्थे अदा कर रहा है, एक क्रिया विशेषण वाला शब्द नहीं है। इस तो अगली पंक्ति तुसी गुरबाणी दी पढ़ो जी। धर्म अर्थ सब काम मोख है, हर जन जन पीछे लग फिरथई। हुण ये भी गुरु रामदास महाराज का शब्द है जी 1320 अंकां ते। पिछे इत्थे जिहड़ा शब्द आया है पप्पे नूं बिहारी दी मात्रा, छच्छे अखर दे उपर दुलावां दी मात्रा। हुण इत्थे एक गल होर समझण वाली है जी, इत्थे जिहड़ा पिछे शब्द है, इत्थे पिछे शब्द पप्पे नूं सिहारी दी मात्रा नाल है, माफ करना बिहारी दी मात्रा नाल है, सिहारी दी मात्रा दे नाल नहीं है। हुण इत्थे जिहड़ा है पिछे शब्द का स्वरूप बदल गया है, पर इत्थे जिहड़ा पिछे शब्द आया है ये है संबंधकी अर्थ दे विच। संबंधकी अर्थ विच किवें आया है? क्योंकि इहदा सानूं तां पता लग्गिआ क्योंकि पिछे शब्द तो पहला वाला जिहड़ा शब्द है ये शब्द है नाउन एक वचन पुलिंग जन शब्द। इत्थे नाउन एक वचन पुलिंग है, नन्हे अखर दे पैर विच औंकड़ दी मात्रा लगनी चाहिए सी, पर नन्हा अखर मुक्ता है। मुक्ता इस वास्ते है क्योंकि पिछे शब्द जिहड़ा है इत्थे शब्द तो मैं ये बेनती करना चाहांगा कि इस गल नूं असीं दिल दिमाग विच रखना है। जिहड़ा अजिहा शब्द सानूं गुरबाणी दे वाक विचों दिखाई पवे ਉਹਦੇ ਤੋਂ ਪਹਿਲਾਂ वाला शब्द ਅਸੀਂ देख लिया करिए। जे वो शब्द नाउन होवेगा ते ਉਹਦਾ अखीरला अखर जे औंकड़ दे सहित होएगा ते फिर ਤਾਂ समझ लो भी ਉਹਦੇ ਤੋਂ ਬਾਅਦ ਵਿੱਚ आया हुआ ਜਿਹੜਾ शब्द है वो संबंधकी नहीं हो सकता। वो ਜਾਂ ਤੇ ਕਾਲਵਾਚੀ क्रिया विशेषण होएगा, ਜਾਂ फिर वो स्थानवाची क्रिया विशेषण हो सकता है, ਜਾਂ फिर वो वैसे अनम्यूट करो। एक मिनट। हाँ जी, आ रही जी आवाज सारे नूं? आ रही है जी। हाँ जी, क्योंकि जिथे संबंधकी शब्द लग जाता है उत्थे ਉਹਦੇ ਤੋਂ ਪਹਿਲਾਂ ਜਿਹੜਾ शब्द है नाउन होवे ते वो अखीरला अखर ਜਿਹੜਾ ਵਾ नाउन वाले शब्द ਦਾ ਉਹ अंत मुक्ता ही रहता है। तो इत्थे ਜਿਹੜਾ शब्द आया है तुसी ध्यान नाल देखो भी धर्म अर्थ सब काम मोख है। हाँ जी, धर्म अर्थ सब काम मोख है, जन पीछे लग फिर थई। हुण इस तो अगली पंक्ति देखो जी। जब इसते ए होयो जौला पीछे लाग चली उठ कौला। कौला दा अर्थ हुंदा जी माया। हुण जब इसते ए होयो जौला पीछे लाग चली उठ कौला, पीछे लाग चली उठ कौला। इत्थे जिहड़ा शब्द आ पीछे पप्पे नूं बिहारी छच्छे अखर दे उपर दुलावां दी मात्रा, जिवें सेम पहला पंक्ति विच जो जिहा स्वरूप सी असीं पढ़िआ उहो जिहा सेम स्वरूप इत्थे भी है जी। पर इस जगह ते जिहड़ा पिछे शब्द आया वा तुसीं देखो भी स्थानवाचक क्रिया विशेषण है। पिछे शब्द स्थानवाचक क्रिया विशेषण है पाव मगर। इत्थे कालवाचक क्रिया विशेषण जब जदों है उसके वापरन तो पिछे पाव मगर मगर ना के किसी नाम का संबंधक है। हुण इत्थे ये गल समझण वाली है जी, जिहड़ा पिछे शब्द आ पिछे लाग चली उठ कौला, इत्थे जिहड़ा पिछे शब्द आया है यह स्थानवाची क्रिया विशेषण।
ਇੱਥੇ ਇਹ ਸ਼ਬਦ ਆ ਸਥਾਨਵਾਚੀ ਕਿਰਿਆ ਵਿਸ਼ੇਸ਼ਣ। ਪਿੱਛੇ ਦਾ ਅਰਥ ਆ ਮਗਰ ਮਗਰ। ਇਹ ਸਥਾਨ ਦੱਸ ਰਿਹਾ ਵਾ ਵੀ ਜਿਹੜੀ ਮਾਇਆ ਹੈ ਉਹਦੇ ਮਗਰ ਮਗਰ ਜਾਨੀ ਕਿ ਉੱਠ ਕੇ ਚੱਲ ਪਈ। ਜਬ ਇਸ ਤੇ ਇਹ ਹੋਇਓ ਜੌਲਾ ਵੀ ਜਿਹੜਾ ਵਿਅਕਤੀ ਮਾਇਆ ਦੇ ਮੋਹ ਤੋਂ ਮੁਕਤ ਹੋ ਗਿਆ ਜਾਂ ਪੰਜ ਵਿਸ਼ੇ ਵਿਕਾਰਾਂ ਤੋਂ ਮੁਕਤ ਹੋ ਗਿਆ, ਜਿਹਨੇ ਆਪਣੇ ਮਨ ਨੂੰ ਇਸ ਮਾਇਆ ਦੇ ਮੋਹ ਤੋਂ ਵੱਖ ਕਰ ਲਿਆ, ਫਿਰ ਜਿਹੜੀ ਮਾਇਆ ਹੈ ਮਹਾਰਾਜ ਜੀ ਕਹਿੰਦੇ ਵੀ ਉਸ ਮਨੁੱਖ ਦੇ ਜਾਂ ਉਸ ਵਿਅਕਤੀ ਦੇ ਜਾਂ ਉਸ ਰੱਬ ਦੇ ਪਿਆਰੇ ਦੇ ਮਗਰ ਮਗਰ ਹੋ ਉੱਠਦੀ ਆ। ਕੋਈ ਵਿਅਕਤੀ ਹੈ ਜੀ, ਉਹ ਅੱਗੇ ਅੱਗੇ ਜਾ ਰਿਹਾ, ਉਹਦੇ ਮਗਰ ਮਗਰ ਮਾਇਆ ਜਾ ਰਹੀ। ਉਹ ਜਿਹੜਾ ਵਿਅਕਤੀ ਦੀ ਪਿੱਠ ਪਿੱਛੇ ਜੋ ਮਗਰ ਆ, ਮਗਰ ਉਹ ਆ ਸਥਾਨ। ਵੀ ਮਾਇਆ ਕਿੱਥੇ ਆ ਜੀ? ਉਹ ਵਿਅਕਤੀ ਦੇ ਪਿੱਠ ਪਿੱਛੇ ਆ। तो पिठ पिछे का अर्थ की हो गया? मगर वो स्थान हो गया। तो इत्थे ये जिहड़ा पिछे शब्द है ये स्थानवाची क्रिया विशेषण है, क्योंकि ये एग्जैक्ट दस रहा है भी जिहड़ी माया है वो व्यक्ति दे मगर है, मगर मगर है। तो इत्थे ये जिहड़ा पिछे शब्द है ना ते संबंध की है जी, ना फिर ये जिहड़ा ना इस संबंध की है शब्द ते ना ही एक कालवाची है, क्योंकि ना ते समा दस रहा वा, ना ये शब्द जिहड़ा है ਇਹ ਸੰਬੰਧ ਕੀ ਆ, ਕਿਉਂਕਿ ਇਹਦੇ ਤੋਂ ਪਹਿਲਾਂ ਕੋਈ ਨਾਉਨ ਵਾਲਾ ਸ਼ਬਦ ਨਹੀਂ ਲੱਗਾ ਹੋਇਆ, ਸਭ ਤੋਂ ਪਹਿਲਾ ਸ਼ਬਦ ਹੀ ਪਿੱਛੇ ਆ ਗਿਆ ਵਾ। ਤੋਂ ਇੱਥੇ ਇਹ ਜਿਹੜਾ ਸ਼ਬਦ ਹੈ ਇਹ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਆ। ਅਗਲੇ ਜਿਹੜਾ ਵਾ ਪੁਆਇੰਟ, ਅਗਲਾ ਪੁਆਇੰਟ ਜਿਹੜਾ ਅਸੀਂ ਪੜ੍ਹਨਾ ਵਾ ਉਹ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਵਾਲਾ ਹੀ ਅਸੀਂ ਪੜ੍ਹਨਾ ਹੈ, ਕਿਉਂਕਿ 8 ਭਾਗ ਆ। ਯਾਦ ਰੱਖੋ ਕਿਰਿਆ ਵਿਸ਼ੇਸ਼ਣ ਦੇ ਅੱਗੇ ਕਿਸਮਾਂ ਦੇ 8 ਭਾਗ ਨੇ ਜਿਹੜੇ ਅਸੀਂ ਵਿਚਾਰਨੇ ਆ ਜੀ। ਇਹ ਆਪਾਂ ਪਹਿਲਾ ਭਾਗ ਵਿਚਾਰ ਰਹੇ ਆ ਕਾਲਵਾਚੀ ਕਿਰਿਆ ਵਿਸ਼ੇਸ਼ਣ। ਜਿਹੜਾ ਅਗਲਾ ਭਾਗ ਅਸੀਂ ਵਿਚਾਰਨਾ ਉਹ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਵਾਲਾ ਵਿਚਾਰਨਾ ਵਾ। तो इस पंक्ति ਦੇ ਵਿੱਚ ਜਿਹੜਾ ਹੈ ਪਿੱਛੇ ਸ਼ਬਦ ਜਿਹੜਾ ਹੈ ਉਹ ਮਗਰ ਮਗਰ ਹੈ। तो ਇਹ ਜਿਹੜਾ ਨਾ ਤੇ ਨਾ ਇਹ ਸੰਬੰਧ ਕੀ ਆ? ਇੱਥੇ ਨਾ ਇਹ ਕਾਲਵਾਚੀ, ਇੱਥੇ ਇਹ ਸ਼ਬਦ ਜਿਹੜਾ ਹੈ ਇਹ ਸਥਾਨਵਾਚੀ ਆ, ਸਥਾਨਵਾਚੀ ਕਿਰਿਆ ਵਿਸ਼ੇਸ਼ਣ। ਕਰਤਾ ਪੁਰਖ ਤਾਲ ਦਿਵਾਇਆ ਪਿੱਛੇ ਲੱਗ ਚੱਲੀ ਮਾਇਆ। ਹੁਣ ਇੱਥੇ ਵੀ ਜਿਹੜਾ ਪਿੱਛੇ ਸ਼ਬਦ ਆ ਜੀ, ਪੱਪੇ ਨੂੰ ਸਿਹਾਰੀ ਛੱਛੇ ਦੇ ਅੱਖਰ ਦੇ ਉੱਪਰ ਦੁਲਾਵਾਂ ਦੀ ਮਾਤਰਾ। ਤੁਸੀਂ ਦੇਖੋ ਵੀ ਇਹ ਜਿਹੜਾ ਸ਼ਬਦ ਹੁਣ ਆਪਾਂ ਤੀਸਰੀ ਜਗ੍ਹਾ ਅਸੀਂ ਇਸ ਸ਼ਬਦ ਦਾ ਅਰਥ ਪੜ੍ਹ ਰਹੇ ਹਾਂ। ਪਿੱਛੇ ਇੱਥੇ ਵੀ ਆ ਜੀ, ਇਹ ਜਿਹੜਾ ਪਿੱਛੇ ਸ਼ਬਦ ਆ ਜੀ, ਪਿੱਛੇ ਲੱਗ ਚੱਲੀ ਮਾਇਆ। ਮਾਇਆ ਜਿਹੜੀ ਆ ਉਹ ਵਿਅਕਤੀ ਦੇ ਮਗਰ ਮਗਰ ਜਿਹੜੀ ਆ ਉਹ ਲੱਗ ਗਈ ਆ। ਮਗਰ ਮਗਰ ਵੀ ਕਰਤਾ ਪੁਰਖ ਤਾਲ ਦਿਵਾਇਆ ਵੀ ਜਿਸ ਵਿਅਕਤੀ ਨੂੰ ਅਕਾਲ ਪੁਰਖ ਪਰਮੇਸ਼ਵਰ ਨੇ ਨਾਮ ਦਾ ਖਜ਼ਾਨਾ ਬਖਸ਼ ਦਿੱਤਾ ਹੈ ਵੀ ਉਸ ਮਨੁੱਖ ਦੇ ਪਿੱਛੇ ਪਿੱਛੇ ਜਿਹੜੀ ਆ ਉਹ ਮਾਇਆ ਤੁਰ ਪਈ ਆ। ਠੀਕ ਆ। ਹੁਣ ਵਿਅਕਤੀ ਦੇ ਮਗਰ ਮਗਰ ਜਿਹੜਾ ਵਾ ਉਹ ਸਥਾਨ ਦੱਸ ਰਹੀ ਵੀ ਮਾਇਆ ਕਿੱਥੇ ਆ? ਵਿਅਕਤੀ ਦੇ ਮਗਰ। ਤੋਂ ਸਥਾਨ ਦੱਸਣ ਵਾਲੇ ਜਿਹੜੇ ਸ਼ਬਦ ਹੁੰਦੇ ਆ ਉਹ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਹੁੰਦੇ ਆ। ਜਿਹੜੇ ਸ਼ਬਦ, ਇਹਨੂੰ ਇੰਜ ਸਮਝੀਏ ਵੀ ਜਿਹੜੇ ਸ਼ਬਦ ਕਿਰਿਆ ਦਾ ਸਥਾਨ ਦੱਸਣ ਵੀ ਕਿਰਿਆ ਕਿੱਥੇ ਵਾਪਰੀ ਆ, ਉਹ ਸ਼ਬਦ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਹੁੰਦੇ ਆ। ਜਿਵੇਂ ਆਪਾਂ ਅੱਗੇ ਇੱਕ ਸੈਂਟੈਂਸ ਪੜ੍ਹ ਕੇ ਸਮਾਪਤੀ ਕਰਦੇ ਆ ਜੀ। ਸਥਾਨਵਾਚੀ ਉਹ ਕਿਰਿਆ ਵਿਸ਼ੇਸ਼ਣ ਨੇ ਜੋ ਕਿਰਿਆ ਦੇ ਹੋਣ ਦੀ ਜਗ੍ਹਾ ਦੱਸਣ। ਹੁਣ ਇਹਦੀ ਜਗ੍ਹਾ ਕਿੱਥੇ ਆ ਜੀ? ਮਾਇਆ ਜਿਹੜੀ ਆ ਉਹ ਪਿੱਛੇ ਚੱਲ ਰਹੀ ਆ, ਵਿਅਕਤੀ ਦੇ ਪਿੱਛੇ ਚੱਲ ਰਹੀ। ਪਿੱਛੇ ਜਿਹੜਾ ਸ਼ਬਦ ਆ ਉਹ ਮਗਰ ਮਗਰ, ਉਹਦਾ ਅਰਥ ਕਰਾਂਗੇ ਤਾਂ ਇਹ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਇੱਥੇ ਅਰਥ ਕਰੇਗਾ ਇਹ ਸ਼ਬਦ ਦਾ। ਤੋਂ ਇਹਨਾਂ ਸਾਰੇ ਜਿੰਨੇ ਵੀ ਹੁਣ ਆਪਾਂ ਸੈਂਟੈਂਸ ਪੜ੍ਹੇ ਆ, ਜਿੰਨੇ ਵੀ ਆਪਾਂ ਗੁਰਬਾਣੀ ਦੇ ਸ਼ਬਦ ਪੜ੍ਹੇ ਆ, ਇਹਨਾਂ ਸਾਰੇ ਸ਼ਬਦਾਂ ਦੇ ਵਿੱਚ ਤੁਸੀਂ ਦੇਖੋ ਪਿੱਛੇ ਜਿਹੜਾ ਸ਼ਬਦ ਹੈ ਉਹ ਦੋ ਸਰੂਪਾਂ ਵਿੱਚ ਅਸੀਂ ਪੜ੍ਹਿਆ ਵਾ। ਇੱਕ ਤੇ ਪੱਪੇ ਨੂੰ ਸਿਹਾਰੀ, ਇੱਕ ਪੱਪੇ ਨੂੰ ਬਿਹਾਰੀ ਦੀ ਮਾਤਰਾ ਨਾਲ। ਤੇ ਤੁਸੀਂ ਦੇਖੋ ਵੀ ਐਗਜ਼ੈਕਟ ਦੋਨੇ ਹੀ ਸਰੂਪ ਇੱਕੋ ਹੀ ਹਨ, ਪਰ ਇਹਨਾਂ ਦੇ ਪ੍ਰਕਰਨ ਅਨੁਸਾਰ ਤੇ ਵਿਆਕਰਨ ਅਨੁਸਾਰ ਜਿਹੜੇ ਆ ਉਹ ਰੂਲ, ਜਿਹੜੇ ਅਰਥ ਜਿਹੜੇ ਆ ਉਹ ਵੱਖੋ ਵੱਖਰੇ ਹੋ ਗਏ ਆ। ਇੱਕ ਜਗ੍ਹਾ ਅਰਥ ਹੈ ਸੰਬੰਧਕ ਦੇ ਰੂਪ ਵਿੱਚ, ਇੱਕ ਜਗ੍ਹਾ ਅਰਥ ਹੈ ਕਾਲਵਾਚੀ ਕਿਰਿਆ ਵਿਸ਼ੇਸ਼ਣ ਦੇ ਰੂਪ ਵਿੱਚ, ਤੇ ਇੱਕ ਤੀਸਰੀ ਜਗ੍ਹਾ ਅਰਥ ਹੈ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਦੇ ਰੂਪ ਵਿੱਚ। ਤੋਂ ਮੈਂ ਉਮੀਦ ਕਰਦਾ ਹਾਂ ਵੀ ਆਪ ਸਾਰਿਆਂ ਨੂੰ ਜਿਹੜਾ ਹੈ ਇਹ ਕਾਲਵਾਚੀ ਕਿਰਿਆ ਵਿਸ਼ੇਸ਼ਣ ਵਾਲੇ ਸ਼ਬਦ ਕਿਹੜੇ ਹੁੰਦੇ ਆ ਤੇ ਸਥਾਨਵਾਚੀ ਕਿਰਿਆ ਵਿਸ਼ੇਸ਼ਣ ਵਾਲੇ ਸ਼ਬਦ ਕਿਹੜੇ ਹੁੰਦੇ ਆ, ਸੰਬੰਧਕ ਸ਼ਬਦ ਕਿਹੜੇ ਹੁੰਦੇ ਆ, ਇਹਦੇ ਬਾਰੇ ਤੁਹਾਨੂੰ ਜ਼ਰੂਰ ਜਿਹੜੀ ਆ ਉਹ ਸਮਝ ਵਿੱਚ ਗੱਲ ਆ ਗਈ ਹੋਵੇਗੀ, ਵਿਚਾਰ ਆ ਗਈ ਹੋਵੇਗੀ। ਤੋਂ ਅੱਜ ਇੰਨਾ ਕੁ ਹੀ ਆਪਾਂ ਸਿਲੇਬਸ ਕਰਾਂਗੇ ਜੀ। ਅਗਲੀ ਕਲਾਸ ਦੇ ਵਿੱਚ ਫਿਰ ਇਹਦੇ ਤੋਂ ਅੱਗੇ ਆਪਾਂ ਚੱਲਾਂਗੇ ਹੋਰ ਕਿਸਮਾਂ ਜਿਹੜੀਆਂ ਵਾ ਕਿਰਿਆਵਾਚੀ ਵਿਸ਼ੇਸ਼ਣ ਵਾਲੇ ਸ਼ਬਦਾਂ ਦੀਆਂ, ਹੋਰ ਕਿੰਨੀਆਂ ਅੱਗੇ ਕਿੰਨੇ ਇਹਦੇ ਅੱਗੇ ਭਾਗ ਹਨ, ਕਿੰਨੇ ਪਾਠ ਹਨ, ਉਹ ਆਪਾਂ ਸਾਰੇ ਸਟੈਪ ਬਾਈ ਸਟੈਪ 1 ਬਾਈ 1 ਕਰਕੇ ਵਿਚਾਰੀ ਚੱਲਾਂਗੇ ਜੀ। ਤੋਂ ਭੁੱਲਾਂ ਚੁੱਕਾਂ ਦੀ ਜਿਹੜੀ ਹੈ ਉਹ ਖਿਮਾ ਜੀ।
ਸਾਰੇ ਹੀ ਅਦਬ ਸਹਿਤ ਕਰੋ ਪ੍ਰਵਾਨ ਫਤਿਹ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ